ਕੀ ਲਿਖਿਆ ਗਿਆ? ਬਿਮਾਰੀ। ਬਿਮਾਰੀ ਦੇ ਵਿੱਚ ਸਰੈਂਡਰ ਦਾ ਕੀ ਮਤਲਬ ਹੋਏਗਾ? ਬਿਮਾਰੀ ਦੇ ਵਿੱਚ ਸਰੈਂਡਰ ਦਾ ਮਤਲਬ ਚੇਂਜ ਹੋ ਜਾਏਗਾ ਨਾ। ਫਿਰ ਬਿਮਾਰੀ ਦੇ ਵਿੱਚ ਸਰੈਂਡਰ ਦਾ ਮਤਲਬ ਚੇਂਜ ਹੋ ਜਾਏਗਾ। ਫਿਰ ਬਿਮਾਰੀ ਦੇ ਵਿੱਚ ਦੋ ਚੀਜ਼ਾਂ ਚੇਂਜ ਹੋ ਜਾਣਗੀਆਂ, ਇੱਕ ਫੈਮਿਲੀ ਤੇ ਫਿਰ ਇੱਕ ਪੇਸ਼ੈਂਟ। ਇਹ ਹੁਣ ਅਸੀਂ ਸਿਰਫ ਵਰਡ ਤੇ ਨਹੀਂ ਜਾ ਰਹੇ, ਅਸੀਂ ਆਪਣੇ ਸਫ਼ਰ ਦੇ ਅੰਦਰ ਨਿਕਲ ਰਹੇ ਹਾਂ, ਸਰੈਂਡਰ ਦੇ ਸਫ਼ਰ ਦੇ ਅੰਦਰ ਨਿਕਲ ਰਹੇ ਹਾਂ। ਅਸੀਂ ਹੁਣ ਜਿਹੜਾ ਸਰੈਂਡਰ ਕਰ ਰਹੇ ਹਾਂ ਨਾ, ਅਸਲ 'ਚ ਲਫ਼ਜ਼ਾਂ 'ਚ ਕਹਿਣਾ I have surrendered is a easy thing, it's a copy book thing। ਆਪਾਂ ਨੂੰ ਮਤਲਬ ਨਹੀਂ ਪਤਾ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ ਸਰੈਂਡਰ ਕਿਹਨੂੰ ਕਹਿੰਦੇ ਆ, ਕੀ ਕਰਦੇ ਆ, ਇਹ 'ਚ ਕੀ ਕਰਨਾ ਪਊਗਾ। ਐਂਡ ਹਰ ਚੀਜ਼ ਦੇ ਵਿੱਚ ਸਾਡੀ ਕੁਐਸਚਨ ਹੁੰਦਾ, ਹਰ ਚੀਜ਼ ਨੂੰ ਅਸੀਂ ਐਕਸੈਪਟ ਨਹੀਂ ਕਰਦੇ, ਹਰ ਚੀਜ਼ ਤੇ ਸਾਡੀ ਇੱਕ ਵਿਦਰੋਹ ਹੁੰਦਾ, ਠੀਕ ਹੈ। ਸੋ ਮੈਂ ਦੇਖ ਰਿਹਾ ਸੀਗਾ ਕਿ ਫੈਮਿਲੀ ਵਾਸਤੇ ਸਰੈਂਡਰ ਕੀ ਹੋਏਗਾ, ਫੈਮਿਲੀ ਵਾਸਤੇ ਸਰੈਂਡਰ ਕੀ ਹੋਏਗਾ। ਇੱਕ ਵਰਡ ਦੱਸਣਾ, ਫੈਮਿਲੀ ਵਾਸਤੇ ਸਰੈਂਡਰ ਕੀ ਹੋਏਗਾ। ਠੀਕ ਹੈ, ठीक है। नहीं नहीं सर, आके भी ना असी अपना दिमाग लगाने इनिशियली सानू लगता है कि नहीं, क्योंकि सानू तो पता असी 12 साल लेट आए। किन्ने साल? हाँ हाँ 12 साल लेट आए, ਇਹਦਾ मतलब कि ਅਸੀਂ ਪਹਿਲੇ ਦਿਨ ਤੋਂ ਉਹਨੂੰ ਬਿਮਾਰ ਨਹੀਂ ਸਮਝਿਆ। अच्छा, ਤੁਸੀਂ ਹੁਣ ਮੈਨੂੰ ਇਹ ਦੱਸੋ 12 ਸਾਲ ਕਿਸ ਚੀਜ਼ ਵਾਸਤੇ ਲੇਟ ਆਏ? ਟ੍ਰੀਟਮੈਂਟ ਵਾਸਤੇ। ਸੋ ਵਰਡ ਇਜ਼ ਟ੍ਰੀਟਮੈਂਟ, ਠੀਕ ਹੈ। ਫੈਮਿਲੀ ਵਾਸਤੇ ਜਿਹੜੀ ਵਰਡ ਹੈ ਉਹ ਹੈਗਾ ਟ੍ਰੀਟਮੈਂਟ। ਇਹ ਬੜਾ ਆਪਣਾ ਧਿਆਨ ਨਾਲ ਇਹਨੂੰ ਕਰਨਾ, ਕਿਉਂਕਿ ਇਹ ਵਰਡ ਜਦੋਂ ਫੈਮਿਲੀ ਦੇ ਵਿੱਚ ਚਲੇ ਗਿਆ। ਅੱਛਾ, ਹੁਣ ਮੈਂ ਤੁਹਾਡੇ ਕੋਲ ਸੈਕਿੰਡ ਪੁੱਛਣਾ ਕੁਐਸਚਨ, ਕਿੰਨੀ ਦੇਰ ਦਾ ਟ੍ਰੀਟਮੈਂਟ? ਨਹੀਂ, ਤੁਸੀਂ ਇੰਨੇ ਸੌਖੀ ਤਰ੍ਹਾਂ ਕਹਿਤਾ, ਇੰਨਾ ਸੌਖੀ ਤਰ੍ਹਾਂ ਕੌਣ ਕਹਿੰਦਾ? ਲਾਈਫ ਲੌਂਗ ਟ੍ਰੀਟਮੈਂਟ, ਸੋਚ ਕੇ ਕਹੋ ਹੈ ਜੀ। ਵਾਂਟਡ ਟ੍ਰੀਟਮੈਂਟ। ਅੱਛਾ, ਸਪੋਜ਼ ਕਰੋ ਕਿ 10 ਸਾਲ ਪਹਿਲਾਂ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਸੀਂ 10 ਟ੍ਰੀਟਮੈਂਟ ਕਰਾ ਕੇ ਆਏ, 11ਵਾਂ ਟ੍ਰੀਟਮੈਂਟ ਤੁਸੀਂ ਮੇਰੇ ਕੋਲ ਕਰਵਾ ਰਹੇ ਹੋ। ਸਪੋਜ਼ ਕਰੋ ਮੇਰੇ ਕੋਲ ਟ੍ਰੀਟਮੈਂਟ ਠੀਕ ਨਹੀਂ ਹੁੰਦਾ, ਫਿਰ ਉਸ ਤੋਂ ਬਾਅਦ ਨੈਕਸਟ ਤੁਹਾਡਾ ਕੀ ਹੋਏਗਾ? ਸਪੋਜ਼ ਕਰੋ ਮੈਂ ਤੁਹਾਡਾ ਉਸ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਕਰ ਸਕਦਾ ਜਿਸ ਤਰ੍ਹਾਂ ਦਾ ਤੁਹਾਡੇ ਪੇਸ਼ੈਂਟ ਨੂੰ ਚਾਹੀਦਾ ਹੈ, ਫਿਰ ਉਸ ਤੋਂ ਬਾਅਦ ਕੀ ਹੋਏਗਾ? ਫਿਰ ਤੁਹਾਡਾ ਕੀ ਅਗਲਾ ਨੈਕਸਟ ਕੀ ਹੋਏਗਾ? ਫਿਰ ਟ੍ਰੀਟਮੈਂਟ, ਫਿਰ ਕਿਸੇ ਹੋਰ ਡਾਕਟਰ ਕੋਲ ਟ੍ਰੀਟਮੈਂਟ, ਫਿਰ ਕਿਸੇ ਹੋਰ ਰਿਹੈਬ ਤੋਂ ਟ੍ਰੀਟਮੈਂਟ। ਅੱਛਾ, ਜੇ ਉਹਦੇ ਕੋਲੋਂ ਵੀ ਠੀਕ ਨਹੀਂ ਹੋਏਗਾ ਫਿਰ ਕੀ ਹੋਏਗਾ? ਹਾਂਜੀ, ਫਿਰ another treatment, another doctor, another treatment, another rehab, another treatment, another treatment। ਕਦੋਂ ਤੱਕ? जब तक जान है, जिनी देर जिंदगी है उन्नी देर तक ट्रीटमेंट आफ्टर ट्रीटमेंट आफ्टर ट्रीटमेंट। अच्छा, जे तुसी मेरे को दो तरह के पेरेंट्स आते हैं, एक तरह के पेरेंट्स कहते हैं कि डॉक्टर साहब पहला तो अखीरला इलाज तुहाडे कोलों करवाउण लगे हैं, ते एक फादर मेरे को आके कहता है कि डॉक्टर साहब जे तुहाडे कोल ना ठीक होया, अगे 10 जगह तो नहीं ठीक होया, तुहानूं भी ट्राई कर लैंदे आ, जे तुहाडे कोल ना ठीक होया तो फिर दिल्ली, दिल्ली तो ना ठीक होया तो बैंगलोर, उस तो बाद ना ठीक होया तो फिर थाईलैंड, उतों ना ठीक होया तो फिर अमरीका, तो फिर कैनेडा। ते वो किहड़ा पेशेंट दोवां चों ठीक होएगा? हाँ जी, तो डेफिनेटली नहीं होएगा, because they're coming with a mindset they already have options। अच्छा, नहीं वो तो पहला वाला कहता पिया ना कि पहला तो अखीरला। हुण पेशेंट ने सुन लिया भी ये पहला तो अखीरला है, हुण वो पेशेंट ठीक होएगा? क्योंकि पेशेंट की कहेगा इन्हूं गलों लाओ, लै इन्ना ही काम रह गया, बस एक ट्रीटमेंट इन्होंने कराना, ਇਹਦਾ मतलब है मेरी वारी आने वाली है। ਹੁਣ ਜਿਹੜੇ ਪੇਸ਼ੈਂਟ ਤੇ ਘਰ ਤੇ ਆ ਕੇ ਕਹਿਣਗੇ ਡਾਕਟਰ ਸਾਹਿਬ ਜਿੰਨੀ ਦੇਰ ਅਸੀਂ ਜੀਨੇ ਆ ਉਨੀ ਦੇਰ ਤੇ ਟ੍ਰੀਟਮੈਂਟ ਹੋਣਾ ਜੇ, ਤੁਸੀਂ ਕਰੋਗੇ ਉੱਥੋਂ ਕਰਾਵਾਂਗੇ ਇੱਥੋਂ ਕਰਾਵਾਂਗੇ, ਤੁਹਾਡੇ ਕੋਲ 10 ਵਾਰੀ ਆਵਾਂਗੇ ਜਾਂ 10 ਜਗ੍ਹਾ ਤੇ ਜਾਵਾਂਗੇ, ਟ੍ਰੀਟਮੈਂਟ ਸਾਰੀ ਉਮਰ ਹੋਏਗਾ। ਹੁਣ ਪੇਸ਼ੈਂਟ ਸੁਣਦਾ ਪਿਆ, ਹੁਣ ਪੇਸ਼ੈਂਟ ਕੀ ਕਹੇਗਾ? ਪੇਸ਼ੈਂਟ ਕੀ ਕਹੇਗਾ?
ਪੇਸ਼ੈਂਟ ਕਹੇਗਾ ਇਹ ਨਹੀਂ ਗਲੋਂ ਲੈਣੇ, ਇਹ ਨਹੀਂ ਗਲੋਂ ਲੈਣੇ, ਤੇ ਫਿਰ ਮੈਂ ਕਿਹਨੂੰ ਗਲੋਂ ਲਾ ਦਿਆਂ? ਬਿਮਾਰੀ ਨੂੰ। ਤੇ ਜੇ ਪਹਿਲੀ ਸਟੇਜ ਦੇ ਵਿੱਚ ਪੇਸ਼ੈਂਟ ਆਇਆ, ਉਹ ਕਹਿੰਦਾ ਜੀ ਸਾਡੇ ਕੋਲ ਪੈਸੇ ਪੂਸੇ ਕੋਈ ਨਹੀਂ ਹੈ, ਅਸੀਂ ਪੈਸੇ ਬੜੀ ਮੁਸ਼ਕਲ ਇਕੱਠੇ ਕੀਤੇ ਜ਼ਮੀਨਾਂ ਜਮੂਨਾਂ ਵੇਚ ਕੇ, ਤੇ ਇਹ ਸਾਡਾ ਅਖੀਰਲਾ ਟ੍ਰੀਟਮੈਂਟ ਜੀ, ਤੇ ਪੇਸ਼ੈਂਟ ਨੂੰ ਕੀ ਖੁਸ਼ੀ ਚੜ ਜਾਏਗੀ? बस इसके बाद मेरा ਤੇ ਬਸ ਲੈ ਇਹਨਾਂ ਦੀ ਜ਼ਮੀਨਾਂ ਹੋ ਗਈਆਂ ਖਤਮ, ਪੈਸਾ ਇਹਨਾਂ ਕੋਲ ਖਤਮ ਹੋ ਗਿਆ, ਰਿਸੋਰਸਿਸ ਇਹਨਾਂ ਕੋਲ ਰਹੇ ਨਹੀਂ, ਤੇ ਹੁਣ ਬਸ ਇਹ ਦਿਨ ਹੀ ਕੱਟਣੇ ਆ, ਦਿਨ ਹੀ ਕੱਟਣੇ ਲੋ ਆ। 100 ਦਿਨ ਕੱਟਣਾ ਹੈ, 60 ਦਿਨ ਕੱਟਣੇ, 50 ਦਿਨ ਕੱਟਣੇ, ਉਸ ਤੋਂ ਬਾਅਦ ਤੇ ਆਪਣੀ ਗੁੱਡੀ। ਪੇਸ਼ੈਂਟ ਨੂੰ ਕੀ ਮੈਸੇਜ ਮਿਲ ਗਿਆ ਕਿ ਇਹ ਲਾਸਟ ਟ੍ਰੀਟਮੈਂਟ ਹੈ, ਐਂਡ ਪੇਸ਼ੈਂਟ ਕਿੰਨਾ ਖੁਸ਼ ਹੋਏਗਾ ਜੋ ਦਿਨ ਗਣੇਗਾ ਵੀ 90 ਦਿਨ ਹੀ ਕੱਟਣੇ ਹੈ ਨਾ, ਇਸ ਤੋਂ ਬਾਅਦ ਇਹਨਾਂ ਕੋਲ ਰਿਸੋਰਸਿਸ ਹੀ ਕੋਈ ਨਹੀਂ ਹੈ, ਨਾ ਇਹਨਾਂ ਕੋਲ ਪੈਸਾ ਹੈ, ਨਾ ਇਹਨਾਂ ਕੋਲ ਹਿੰਮਤ ਹੈ, ਨਾਲੇ ਫਿਰ ਮੇਰਾ ਪਿੱਛਾ ਛੁੱਟ ਜਾਏਗਾ। ਤੇ ਜੇ ਪੇਸ਼ੈਂਟ ਨੂੰ ਇਹ ਪਤਾ ਲੱਗ ਜੇ ਕਿ ਇਹਨਾਂ ਕੋਲੋਂ ਮੇਰਾ ਪਿੱਛਾ ਛੁੱਟ ਜਾਏਗਾ, ਫਿਰ ਉਹ ਨਸ਼ੇ ਦੀ ਬਿਮਾਰੀ ਦਾ ਪਿੱਛਾ ਛੱਡੇਗਾ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਪੇਸ਼ੈਂਟ ਨੂੰ ਲੈ ਕੇ ਆਓ ਤਾਂ ਤੁਹਾਨੂੰ ਕੀ ਕਹਿਣਾ ਚਾਹੀਦਾ? हमने यहाँ से ठीक करना है, हमने सारी उम्र इसको ठीक कराना है, क्योंकि हमने क्या सरेंडर किया ना। देखो आपने देखा बीमारी, सरेंडर, फैमिली, ट्रीटमेंट, ट्रीटमेंट एंड ट्रीटमेंट। जब आपने ये बोल दिया ना अपने पेशेंट को कि तेरे साथ हमारा रिश्ता सिर्फ ट्रीटमेंट का है और कोई रिश्ता ही नहीं है, तू हमारा पेशेंट है और हम कराएंगे ट्रीटमेंट, जिन्नी देर तक मेरे साथ चलते है ना उन्नी देर तक काका ट्रीटमेंट होंदा रहना ही। हुण पेशेंट की सोचेगा? इन्हां नहीं गलों लैना, इन्हां नहीं गलों लैना। एंड जिहड़ा बंदा कहेगा कि मेरे को पैसे बथेरे डॉक्टर साहब, इत्थे नहीं होएगा तो चीन च जाके करा लांगे, चीन नहीं तो होएगा रशिया च करा लांगे, रशिया नहीं होएगा तो कनेडा करा लांगे, नहीं तो अमरीका करा लांगे। हुण पेशेंट के मन च की चल रहा? ये नहीं पिछा छड्डण वाले, बड़े ढीठ हैगे है। फिर पेशेंट के मन च आएगा कि मैं अपनी ढीठी छड़ दियां, नहीं तो पेशेंट को एक अपॉर्चुनिटी मिल गई। बस जो तुम कहते हो ना जी जे तू हुण ना ठीक होया फिर मैं तेन छड़ के चल जाऊंगी, तो पेशेंट की मैसेज दिता कि किदन छड़ के जाएगी? हाँ जल्दी छड़ दे ना, चल ये छड्डन तक ही ट्रीटमेंट करना ना, जिदन ये छड़ के जाएगी एक दिन तो इन्हें जाना ही है छड़ के। गुरसाहब कहन कि बई इन्हें किस दिन तो छड़ जाना, ते जदों ये छड़ के जाएगी आपां फिर अपना गुड्डी चढ़ जाएगी। इसका मतलब है कि दिमाग नूं मैसेज की गया, गल सारी दिमाग नूं है, इत्थे सारी गल दिमाग दी हो रही है। बीमारी दिमाग दी है, दिमाग की सुनना चाहता है तो दिमाग की सुन रहा है, तो तुसीं उहनूं दिमाग नूं की कह रहे हो? अपने वालों बड़े पेरेंट्स टॉप ना कह डॉक्टर साहब पैसा है नहीं, इकट्ठा करके ਇਹਦਾ ਅਖੀਰਲਾ ਇਲਾਜ ਕਰਾਉਣ ਲੱਗੇ ਆ। ਤੇ ਪੇਸ਼ੈਂਟ ਚ ਮਨ ਚ ਕੀ ਕਿਹਾ ਕਿ ਜਲਦੀ ਜਲਦੀ ਪਾਪਾ ਜੀ ਦਾ ਪੈਸਾ ਖਤਮ ਹੋਏ ਤੇ ਜਲਦੀ ਜਲਦੀ ਮੈਂ ਸੁਰਖਰੂ ਹੋਵਾਂ, ਜਾਂ ਪਾਪਾ ਜੀ ਚਲ ਜਾਣ ਜਾਂ ਪੈਸਾ ਚਲ ਜੇ ਤੇ ਮੈਂ ਫਿਰ ਆਪਣਾ ਗੱਜ ਵੱਜ ਕੇ ਨਸ਼ਾ ਕਰਾਂ। ਇਹ ਪੇਸ਼ੈਂਟ ਦੇ ਅੰਦਰ ਇੱਕ ਮੈਸੇਜ ਚਲੇ ਗਿਆ। ਜੇ ਹੁਣ ਇਹ ਕਹਿਣ ਕਿ ਜਿਸ ਦਿਨ ਮੈਂ ਇਥੋਂ ਡਿਸਚਾਰਜ ਹੋਵਾਂਗੀ ਉਸ ਤੋਂ ਬਾਅਦ ਮੈਂ ਆਪਣੀ ਮਰਜ਼ੀ ਕਰਾਂਗੀ, ਫਿਰ ਕਿੰਨੇ ਦੇਖਿਆ ਭਾਟੀਆ ਹਸਪਤਾਲ ਤੇ ਕੌਣ ਆਏਗਾ, ਭਾਟੀਆ ਹਸਪਤਾਲ ਤੇ ਕੌਣ ਲੈ ਕੇ ਆਏਗਾ। ਤੇ ਜੇ ਮੈਂ ਕਹਿ ਦਿਆਂ ਕਿ ਕੋਈ ਨਹੀਂ ਮੈਨੂੰ ਐਡਰੈਸ ਪਤਾ ਹੈਗਾ, ਮੈਂ ਰੋਜ਼ ਗੱਡੀ ਸਵੇਰੇ ਭੇਜ ਦਿਆ ਕਰਾਂਗਾ, ਡਰਾਈਵਰ ਮੇਰੇ ਕੋਲ ਇੱਕ ਫ੍ਰੀ ਹੁੰਦਾ, ਉਹ ਤੁਹਾਨੂੰ ਰੋਜ਼ ਸਵੇਰੇ ਲੈ ਆਇਆ ਕਰੇਗਾ, ਤੇ ਫਿਰ ਤੁਸੀਂ ਕੀ ਕਹੋਗੇ? ਇਹਨੇ ਨਹੀਂ ਪਿੱਛਾ ਛੱਡਣਾ, ਮੈਂ ਆਪਣੀ ਢੀਠੀ ਛੱਡ ਦਿਆਂ, ਮੈਂ ਆਪਣੀ ਬਿਮਾਰੀ ਛੱਡ ਦਿਆਂ। ਤੇ ਜੇ ਮੈਂ ਤੁਹਾਨੂੰ ਕਹਾਂ ਕਿ ਹਾਂ ਮੈਂ ਇੱਕ ਵਾਰੀ ਕਹਿ ਦਿੱਤਾ, ਇਸ ਤੋਂ ਬਾਅਦ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਮੇਰਾ ਕੀ ਲੈਣਾ? ਤੇ ਉਹ ਕੀ ਕਹੇਗਾ? ਡਾਕਟਰ ਬਹੁਤ ਵਧੀਆ ਮਿਲ ਗਿਆ ਬਈ, ਇਹਦਾ ਕੰਮ ਹੀ ਖਤਮ ਹੋਇਆ, ਇਹਦੇ ਡਾਕਟਰ ਪਹਿਲਾਂ ਹੀ ਹੱਥ ਛੱਡ ਕੇ ਬੈਠਾ ਹੋਇਆ। ਇਹਦਾ ਮਤਲਬ ਹੈ ਕਿ ਪੇਸ਼ੈਂਟ ਦੇ ਫੈਮਿਲੀ ਤੇ ਡਾਕਟਰ ਨੂੰ ਸਿਰਫ ਤੇ ਸਿਰਫ ਟ੍ਰੀਟਮੈਂਟ ਤੇ ਫੋਕਸ ਹੋਣਾ ਚਾਹੀਦਾ, ਟ੍ਰੀਟਮੈਂਟ ਤੋਂ ਇਲਾਵਾ ਕੁਝ ਫੋਕਸ ਨਹੀਂ। ਇਹਦਾ ਮਤਲਬ ਫੈਮਿਲੀ ਦਾ ਫੋਕਸ ਸਰੈਂਡਰ ਕੀ ਹੋਇਆ? ਮੈਂ ਤੁਹਾਡੇ ਕੋਲ ਇਹ ਗੱਲ ਪੁੱਛ ਰਿਹਾ ਕਿ ਫੈਮਿਲੀ ਐਵੇਂ ਨਾ ਕਹੋ ਮੈਨੂੰ ਮੈਂ ਸਰੈਂਡਰ ਕਰਤਾ, ਅਸੀਂ ਮਰਜ਼ੀ ਬੰਦ ਕਰਤੀ, ਅਸੀਂ ਇਹ ਕਰਤਾ, ਅਸੀਂ ਹੁਣ ਸਾਰੀ ਉਮਰ ਇਹ ਕਰਾਂਗੇ। ਨਾ ਨਾ ਨਾ, ਮੈਨੂੰ ਗੱਲ ਸਿੱਧੀ ਸਿੱਧੀ ਦੱਸੋ, ਤੁਸੀਂ ਕਰਾਓਗੇ ਸਿਰਫ ਟ੍ਰੀਟਮੈਂਟ ਐਂਡ ਟ੍ਰੀਟਮੈਂਟ ਦੀਆਂ ਸਾਰੀਆਂ ਇੰਸਟਰਕਸ਼ਨਸ ਜੋ ਕਿਹਾ ਜਾਏਗਾ, ਜੇ ਫॉलो अप किया जाएगा तो फॉलो अप, जे मेडिसिन कही जाएंगे तो मेडिसिन, जे
ਨਾ ਕਰਨੀ ਸਿਖਾਈ ਜਾਏਗੀ ਤੇ ਨਾ ਕਰਨੀ, ਭਾਵੇਂ ਤੁਹਾਨੂੰ ਲੱਗੇ ਡਰ, ਭਾਵੇਂ ਤੁਹਾਨੂੰ ਲੱਗੇ ਐਂਜ਼ਾਈਟੀ, ਭਾਵੇਂ ਤੁਹਾਡੇ ਕੜਾਕੇ ਨਿਕਲ ਜਾਣ ਤੇ ਭਾਵੇਂ ਤੁਹਾਡੀਆਂ ਹੱਡੀਆਂ ਟੁੱਟ ਜਾਣ। ਜੇ ਤੁਸੀਂ ਆਪਣੇ ਪੇਸ਼ੈਂਟ ਨੂੰ ਇਹ ਕਹਿ ਸਕਦੇ ਹੋ ਨਾ ਕਿ ਕਾਕਾ ਜਿੱਥੇ ਨਾ ਵਾਲੀ ਗੱਲ ਹੋਏਗੀ ਉੱਥੇ ਨਾ ਕਰਾਂਗੇ, ਜਿੱਥੇ ਹਾਂ ਵਾਲੀ ਗੱਲ ਹੋਏਗੀ ਉੱਥੇ ਹਾਂ ਕਰਾਂਗੇ, ਭਾਵੇਂ ਸਾਡੇ ਨਿਕਲਣ ਕੜਾਕੇ ਤੇ ਭਾਵੇਂ ਸਾਡੀਆਂ ਟੁੱਟਣ ਹੱਡੀਆਂ ਤੇ ਭਾਵੇਂ ਤੂੰ ਸਾਡੀ ਲਾਸ਼ ਤੋਂ ਲੰਘ ਕੇ ਜਾਏਗਾ, ਗੱਲ ਨਾ ਦੀ ਨਾ ਹੀ ਰਹਿਣੀ ਹੈ। ਤੇਰੇ ਕਿਸੇ ਵੀ ਇਨਫਲੂਐਂਸ ਕਰਕੇ, ਕਿਸੇ ਵੀ ਥ੍ਰੈਟ ਕਰਕੇ ਨਾ ਹਾਂ ਚ ਨਹੀਂ ਬਦਲਣੀ। ਤੁਸੀਂ ਦੱਸੋ ਕਿ ਬ੍ਰੇਨ ਨੂੰ ਕੀ ਮੈਸੇਜ ਆਏਗਾ। ਮੈਂ ਤੁਹਾਨੂੰ ਹੁਣ ਦੱਸ ਰਿਹਾ ਸਰੈਂਡਰ ਕਿਹਨੂੰ ਕਹਿੰਦੇ ਆ। ਸਰੈਂਡਰ ਕਹਿਣਾ ਸੌਖਾ ਹੈ, ਸਰੈਂਡਰ ਕਰਕੇ ਦਿਖਾਣਾ। ਹੁਣ ਜੇ ਤੁਹਾਡੇ 'ਚ ਇੰਨੀ ਹਿੰਮਤ ਹੈਗੀ ਹੈ ਨਾ, ਅੱਛਾ ਜੇ ਕੋਈ ਮੈਨੂੰ ਆ ਕੇ ਪੇਸ਼ੈਂਟ ਕਹੇਗਾ ਨਾ ਕਿ ਡਾਕਟਰ ਸਾਹਿਬ ਔਖੇ ਸੌਖੇ ਹੋ ਗਏ, ਇੰਨੇ ਕੁ ਪੈਸੇ ਕੀਤੇ ਜੇ, ਬਸ ਇਸ ਤੋਂ ਬਾਅਦ ਨਹੀਂ ਜੇ ਅਸੀਂ ਇਲਾਜ ਕਰਾਉਣਾ, ਤੇ ਮੇਰਾ ਕੀ ਆਨਸਰ ਹੋਣਾ ਚਾਹੀਦਾ ਕਿ ਤੁਸੀਂ ਇਹ ਪੈਸੇ ਵੀ ਨਾ ਵੇਸਟ ਕਰੋ, ਨਾ ਕਰੋ ਵੇਸਟ। ਕਿਉਂਕਿ ਦੇਖੋ ਤੁਹਾਡਾ ਪੇਸ਼ੈਂਟ ਸਾਹਮਣੇ ਬੈਠਾ ਸੁਣ ਰਿਹਾ, ਮੇਰੇ ਤੋਂ ਜ਼ਿਆਦਾ ਉਹਨੇ ਉਹ ਗੱਲ ਸਮਝ ਲਈ ਹੈ। ਉਹਨੇ ਇਹ ਸੋਚ ਲਿਆ ਕਿ ਮੇਰੇ ਪਿਓ ਕੋਲ ਪੈਸੇ ਖਤਮ ਹੋਣ ਵਾਲੇ ਹੈ ਤੇ ਮੇਰਾ ਛੁਟਕਾਰਾ ਹੋਣ ਵਾਲਾ ਹੈ, ਤੇ ਮੇਰਾ ਛੁਟਕਾਰਾ ਜਿਸ ਦਿਨ ਹੋਏਗਾ ਉਸ ਤੋਂ ਬਾਅਦ ਫਿਰ ਆਪਾਂ ਨਸ਼ਾ ਕਰਾਂਗੇ। ਕਿਉਂਕਿ ਬਿਮਾਰੀ ਹੈ, ਅੰਦਰ ਬਿਮਾਰੀ ਬੈਠੀ ਹੋਈ ਹੈ, ਬਿਮਾਰੀ ਆਪਣੇ ਤਰੀਕੇ ਨਾਲ ਉਸ ਲਫ਼ਜ਼ਾਂ ਨੂੰ ਸੁਣ ਰਹੀ ਹੈ। ਇਹਦਾ ਮਤਲਬ ਹੈ ਕਿ ਪੇਰੈਂਟਸ ਨੇ ਸਰੈਂਡਰ ਹਾਲੇ ਨਹੀਂ ਕੀਤਾ, ਭਾਵੇਂ ਉਹਨਾਂ ਨੂੰ 10 ਸਾਲ ਹੋ ਗਏ ਹੈ, ਪਰ ਉਹਨਾਂ ਨੇ ਹਾਲੇ ਵੀ ਸਰੈਂਡਰ ਨਹੀਂ ਕੀਤਾ। ਡਾਕਟਰ ਸਾਹਿਬ ਤੁਸੀਂ ਦੇਖੋ ਤੁਹਾਡੇ ਨਾਲ ਬਹੁਤ ਸਾਰੇ ਕੁਲੀਗਸ ਹੈ, ਬਹੁਤ ਸਾਰੇ ਡਾਕਟਰਸ ਹੈ ਮੇਰੇ ਕੋਲ, ਉਹਨਾਂ ਨੇ ਹਾਲੇ ਤੱਕ ਸਰੈਂਡਰ ਨਹੀਂ ਕੀਤਾ। ਆਈ ਕੈਨ ਸੀ ਟੂ ਇਟ ਕਿ ਉਹਨਾਂ ਨੇ ਸਰੈਂਡਰ ਨਹੀਂ ਕੀਤਾ, ਐਂਡ ਉਹਨਾਂ ਨੇ ਪਤਾ ਨਹੀਂ ਆਪਣੀ ਲਾਈਫ ਦੇ ਵਿੱਚ ਸਰੈਂਡਰ ਕਰ ਸਕਣਾ ਕਿ ਨਹੀਂ ਕਰ ਸਕਣਾ। ਐਂਡ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਨੁਕਤਾਚੀਨੀਆਂ, ਜਿਹੜੇ ਸਾਈਡ ਇਫੈਕਟ ਤੇ ਜਿਹੜੀਆਂ ਚੀਜ਼ਾਂ ਉਹ ਲੱਭ ਰਹੇ ਆ ਨਾ, ਤੇ ਜਿਹੜੀਆਂ ਉਹ ਆ ਕੇ ਇੱਥੇ ਬਲੇਮ ਗੇਮ ਖੇਡਦੇ ਆ, ਉਹਦਾ ਉਹਨਾਂ ਨੂੰ ਕਿੰਨਾ ਘਾਟਾ ਪੈਣ ਵਾਲਾ ਹੈ। ਸਾਰੀ ਉਮਰ ਇਹ ਬਿਮਾਰੀ ਰਹੇਗੀ ਐਂਡ ਸਾਰੀ ਉਮਰ ਉਹ ਇਸੇ ਬਲੇਮ ਗੇਮ ਦੇ ਵਿੱਚ ਹੀ ਲੰਘਾ ਦੇਣਗੇ, ਕਦੀ ਨਹੀਂ ਆ ਕੇ ਇੱਥੇ ਬੈਠਣਗੇ। ਕਿਉਂਕਿ ਇੱਥੇ ਬੈਠ ਕੇ ਉਹਨਾਂ ਨੂੰ ਬੇਚੈਨੀ ਹੋਏਗੀ, ਉਹਨਾਂ ਨੂੰ ਲੱਗੇਗਾ ਕਿ ਸਾਡੇ ਸਟੇਟਸ ਤੋਂ ਨੀਵੀਂ ਇਹ ਮੀਟਿੰਗ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹ ਸਟੇਟਸ ਸਾਡੇ ਸਟੇਟਸ ਦੀ ਮੀਟਿੰਗ ਨਹੀਂ ਹੈ, ਇਸ ਕਰਕੇ ਉਹਨਾਂ ਵਾਸਤੇ ਬਦਕਿਸਮਤੀ ਹੈ। ਹੁਣ ਉਹ ਮੈਨੂੰ ਕਹਿਣ ਕਿ ਡਾਕਟਰ ਸਾਹਿਬ ਅਸੀਂ ਸਰੈਂਡਰ ਤੁਹਾਨੂੰ ਕੀਤਾ ਹੈ, ਗੱਲ ਤੁਹਾਡੇ ਕੋਲ ਪੁੱਛ ਕੇ ਕਰਨੀ ਹੈ, ਇਹ ਕੋਈ ਗੱਲ ਬਣਦੀ ਹੈ? ਨਹੀਂ ਨਾ ਪੁੱਛ ਕੇ। ਜੇ ਪੁੱਛ ਕੇ ਕੀਤੀ ਹੁੰਦੀ ਤਾਂ ਮੈਂ ਉਹਨਾਂ ਨੂੰ ਕਹਿੰਦਾ ਟ੍ਰੀਟਮੈਂਟ ਤੁਹਾਡੇ ਕੋਲ ਕੁਐਸਚਨ ਨਹੀਂ ਦੂਜਾ ਆਉਣਾ ਚਾਹੀਦਾ, ਇਹ ਇੱਥੇ ਜਾਏਗਾ ਕਿਉਂ ਪੁੱਛਦੇ ਪਿਓ। ਬਿਮਾਰ ਇਨਸਾਨ ਨੂੰ ਖੜੋਗੇ, ਹਾਰਟ ਪੇਸ਼ੈਂਟ ਨੂੰ ਖੜੋਗੇ, ਕੈਂਸਰ ਵਾਲੇ ਪੇਸ਼ੈਂਟ ਨੂੰ ਖੜੋਗੇ। ਜੇ ਕੈਂਸਰ ਵਾਲੇ ਪੇਸ਼ੈਂਟ ਨੂੰ ਨਹੀਂ ਖੜੋਗੇ ਤਾਂ ਫਿਰ ਸਾਡੇ ਪੇਸ਼ੈਂਟ ਨੂੰ ਵੀ ਨਾਲ ਲੈ ਕੇ ਜਾਓ। ਜੇ ਐਡਾ ਕੋਈ ਵਿਆਹ ਜ਼ਰੂਰੀ ਹੈ ਕਿ ਜੇ ਕੈਂਸਰ ਵਾਲੇ ਪੇਸ਼ੈਂਟ ਨੂੰ ਖੜਨਾ, ਫਿਰ ਸਾਡੇ ਪੇਸ਼ੈਂਟ ਨੂੰ ਵੀ ਲੈ ਜਾਓ। ਜੇ ਉਹਨੂੰ ਨਹੀਂ ਖੜ ਸਕਦੇ ਫਿਰ ਸਾਡੇ ਪੇਸ਼ੈਂਟ ਨੂੰ ਵੀ ਨਾ ਖੜੋ। ਇਹੀ ਹੈ ਨਾ ਗੱਲ ਜੀ। ਹੁਣ ਜੇ ਤੁਸੀਂ ਕੱਲ ਨੂੰ ਕਹੋ ਮੈਂ ਕੰਮ ਤੇ ਜਾਣਾ, ਤੇ ਮੈਂ ਕਹੂੰਗਾ ਕਿ ਜੇ ਤੁਸੀਂ ਕੈਂਸਰ ਵਾਲੇ ਪੇਸ਼ੈਂਟ ਨੂੰ ਕੰਮ ਤੇ ਨਹੀਂ ਭੇਜਣਾ, ਫਿਰ ਸਾਡੇ ਪੇਸ਼ੈਂਟ ਨੂੰ ਵੀ ਨਾ ਭੇਜੋ। ਆਈ ਬੀ ਵੈਰੀ ਫਰੈਂਕ। ਜੇ ਤੁਸੀਂ ਇਹ ਸੋਚੋਗੇ ਕਿ ਡਾਕਟਰ ਗੁੱਸੇ ਹੋ ਜਾਏਗਾ, ਇਹਦਾ ਮਤਲਬ ਹੈ ਕਿ ਤੁਹਾਡੀ ਹਾਲੇ ਵੀ ਸਰੈਂਡਰ ਕੰਪਲੀਟ ਨਹੀਂ ਹੈਗੀ। ਤੁਹਾਡੀ ਸਰੈਂਡਰ ਕੰਪਲੀਟ ਮੈਂ ਕਦੋਂ ਦੇਖਾਂਗਾ? ਜੋ ਤੁਸੀਂ ਕਹੋਗੇ ਸਾਨੂੰ ਪੈਸਾ ਨਹੀਂ ਚਾਹੀਦਾ, ਸਾਨੂੰ ਕੰਮ ਨਹੀਂ ਚਾਹੀਦਾ, ਸਾਨੂੰ ਗੱਡੀਆਂ ਨਹੀਂ ਚਾਹੀਦੀਆਂ, ਸਾਨੂੰ ਘਰ ਨਹੀਂ ਚਾਹੀਦੇ, ਸਾਨੂੰ ਡਾਇਗਨੋਸਟਿਕ ਸੈਂਟਰ ਨਹੀਂ ਚਾਹੀਦਾ, ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਸਿਰਫ ਸਾਡਾ ਮੁੰਡਾ ਚਾਹੀਦਾ, ਸਾਨੂੰ ਸਾਡੇ ਮੁੰਡੇ ਦੀ ਡਾਕਟਰੀ ਵੀ ਨਹੀਂ ਚਾਹੀਦੀ, ਫਿਰ ਮੈਂ ਸੋਚਾਂਗਾ ਵੀ ਇਹ ਸਰੈਂਡਰ। ਅਦਰਵਾਈਜ਼ ਵਰਡਸ ਵਿੱਚ ਹੈ, ਦੁਨੀਆਦਾਰੀ ਦੇ ਸਰੈਂਡਰ ਹੈਗੇ। ਅੱਛਾ, ਪੇਸ਼ੈਂਟ ਦਾ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਸਰੈਂਡਰ ਕਰ ਗਿਆ? ਪੇਸ਼ੈਂਟ ਦਾ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਸਰੈਂਡਰ ਕਰ ਗਿਆ? पेशेंट एडमिट कर ले कि बीमारी बड़ी बात है। चलो जी एक लफ्ज सुना कि मेरे को पेशेंट आया, तो मैनू किस तरह पता लगेगा कि मेरे पेशेंट ने सरेंडर करता? एंड मेरे कोल की चीज़ है, चलो मैं तुहानू हिंट देना, मेरे कोल किहड़ी चीज़ है कि जिहड़ी मैं पेशेंट नू सरेंडर कर देंगा बिफोर ही वांट्स टू कमिट सरेंडर? नहीं। अच्छा, और मेरे पास क्या है? आपसे ज्यादा मेरे पास ताकत तो नहीं है। आप प्यार तो आपका है, लव्ड वन भी आपका है। हाँ, मेरे पास क्या है?
मेरा मन है मेरे पास है मेडिसिन। जब मैं अपने पेशेंट को दूंगा मेडिसिन और वो मेरे को कंप्लाई करेगा, तो ये है पेशेंट का सरेंडर मेरे लिए। इसका मतलब है कि जो पेशेंट क्वेश्चन नहीं कर रहा और मेरी मेडिसिन को एक्सेप्ट कर रहा है, इसका मतलब है पेशेंट ने मेरे को सरेंडर कर दिया। और जब कोई पेशेंट मेडिसिन नहीं लेगा या कम लेगा या नहीं लेनी है, या मेरे को साइड इफेक्ट है, या मेरे को ये है, या मेरे को वो है, इसका मतलब इस पेशेंट ने सरेंडर नहीं किया। क्योंकि पेशेंट का सरेंडर उतनी देर नहीं आ सकता जितनी देर वो मेडिकेशन नहीं ले रहा। मेडिकेशन लेने के बाद ही पेशेंट का सरेंडर आएगा। क्योंकि आपने बोला पेशेंट, आपका पेशेंट, फैमिली का सरेंडर और पेशेंट का सरेंडर दो चीजें अलग हैं। हम पेशेंट को कभी भी सरेंडर में नहीं ला सकते विदाउट मेडिकेशन। आपको पता है, आज से 40-50 साल पहले मेडिसिन नहीं होती थी तो पेशेंट को डॉक्टर सरेंडर नहीं करा सकते थे, और फिर मेंटल असाइलम्स में पेशेंट सारी उम्र रहते थे, वो कभी बाहर नहीं आते थे, उनको संगलों के साथ पकड़ के रखते थे और उनके लिए आउटसाइड वर्ल्ड बंद था। वो कभी कोई नॉर्मल एक्टिविटी नहीं करते थे। अब हमारे पेशेंट पीएचडी करते हैं, डॉक्टरी करते हैं, अपनी जॉब्स करते हैं, अपनी पढ़ाई कंप्लीट करते हैं, अपना सब कुछ करते हैं। तो इसमें क्या डिफरेंस है? 50 साल पहले भी हमारे जैसे डॉक्टर थे, 50 साल बाद भी हम डॉक्टर हैं, लेकिन अभी हमारे पेशेंट को हम सरेंडर करा सकते हैं, तब हमारे पेशेंट्स को डॉक्टर सरेंडर नहीं करा सकते थे। तो किस चीज में फर्क पड़ा? मेडिकेशन में। कोई भी ब्रेन जब हमारे पास आता है तो लोग कहते हैं काउंसलिंग करो। आपको लगता है कि विदाउट मेडिकेशन वी कैन डू काउंसलिंग? विदाउट मेडिसिन वी कैन डू काउंसलिंग? विदाउट मेडिसिन वी कैन डू काउंसलिंग? हम सड़क पे आपके साथ काउंसलिंग कर सकते हैं। काउंसलिंग कब शुरू होगी? जब आपका पेशेंट मेडिसिन एक्सेप्ट करेगा। और जो पेशेंट मेडिसिन नहीं एक्सेप्ट कर रहा, उसका क्या मतलब है? कि इसका मतलब उसने सरेंडर नहीं किया। तो जब आप मेडिसिन छोड़ोगे और आप मेडिसिन नहीं एक्सेप्ट करोगे, जहां आप अपने माउथ में निकाल के बाहर निकाल दोगे, तो मुझे क्या लगेगा कि मेरे पेशेंट ने सरेंडर कर दिया है कि नहीं कर दिया? नहीं कर दिया। अगर मेरा पेशेंट उस मेडिसिन को बड़े चाव से खाएगा और उसको प्रसाद समझ के खाएगा और ग्रेटिट्यूड करेगा कि बाबा जी, दिस मेडिसिन हैज बीन सेंट बाय यू फॉर मी, दिस विल हेल्प मी इन माय सरेंडर, अदरवाइज देयर इज नो वे कि मेरे ब्रेन को कोई सरेंडर करा सके। जैसे जसबीर सिंह ने अभी बोला है कि मैं घैंट, हुण मेरे को केड़ा बंदा हल्का बल्का आना, सारे घैंट ही आने। और ਤੁਹਾਨੂੰ ਕੀ ਲੱਗਦਾ ਕਿ ਮੇਰੇ ਕੋਲ ਕਿੰਨੀ ਕੁ ਤਾਕਤ ਹੈਗੀ ਹੈ ਕਿ ਮੈਂ ਇਹੋ ਜਿਹੇ ਘੈਂਟ ਬੰਦਿਆਂ ਨਾਲ, ਗੁਰਸਾਹਿਬ ਹੋਏ, ਇਹ ਹੋਏ, ਇਹਨਾਂ ਨਾਲ ਮੈਂ ਕਦੀ ਕਰ ਸਕਦਾ? ਇਹਨਾਂ ਦੀ ਸਿਰਫ ਇੱਕੋ ਮੇਰੇ ਕੋਲ ਹੱਥ ਕੰਡਾ ਹੈਗਾ। ਮੇਰੇ ਕੋਲ ਇੱਕੋ ਹੀ ਬਾਬਾ ਜੀ ਨੇ ਚੀਜ਼ ਦਿੱਤੀ ਹੈ, ਮੈਡੀਕੇਸ਼ਨ। ਜਦੋਂ ਮੈਂ ਮੈਡੀਕੇਸ਼ਨ ਦੇਣਾ ਤਾਂ ਪੇਸ਼ੈਂਟ ਮੇਰੀ ਗੱਲ ਸੁਣਨੀ ਸ਼ੁਰੂ ਕਰਦਾ। ਫਿਰ ਜਿਉਂ-ਜਿਉਂ ਪੇਸ਼ੈਂਟ ਦੀ ਮੈਡੀਸਨ ਅੱਗੇ ਚੱਲਦੀ ਹੈ ਨਾ, ਤਿਉਂ-ਤਿਉਂ ਮੇਰੀ ਕਾਉਂਸਲਿੰਗ ਦੀ ਇੰਟੈਂਸਿਟੀ ਵੱਧਦੀ ਜਾਂਦੀ ਹੈ। ਤੁਸੀਂ ਕਿਹਾ ਨਾ ਦਿਮਾਗ ਖੁੱਲ ਜਾਂਦਾ। ਦਿਮਾਗ ਕਿਸ ਤਰ੍ਹਾਂ ਖੁੱਲਦਾ? ਪਹਿਲਾਂ ਦਿਮਾਗ ਬੰਦ ਹੁੰਦਾ। ਜਦੋਂ ਅਸੀਂ ਮੈਡੀਸਨ ਦਿੰਨੇ ਆ, ਹੌਲੀ-ਹੌਲੀ ਕਰਕੇ ਦਿਮਾਗ ਖੁੱਲਣਾ ਸ਼ੁਰੂ ਹੋ ਜਾਂਦਾ। ਜਦੋਂ ਦਿਮਾਗ ਖੁੱਲਣਾ ਸ਼ੁਰੂ ਹੁੰਦਾ, ਪੇਸ਼ੈਂਟ ਦੇ ਅੰਦਰ ਉਹ ਚੀਜ਼ਾਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਪਹਿਲਾਂ ਨਹੀਂ ਜਾ ਰਹੀਆਂ ਹੁੰਦੀਆਂ। ਤਾਂ ਪੇਸ਼ੈਂਟ ਨੂੰ ਦੁਨੀਆ ਹੋਰ ਤਰੀਕੇ ਨਾਲ ਨਜ਼ਰ ਆਉਣ ਲੱਗ ਪੈਂਦੀ ਹੈ। ਇਹਦਾ ਮਤਲਬ ਹੈ ਕਿ ਸਾਨੂੰ ਰਿਸਪੈਕਟ ਮੈਡੀਸਨ ਦੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਇਹ ਹੈ ਸਰੈਂਡਰ। ਹੁਣ ਤੁਸੀਂ ਦੇਖੋ, देयर इज अ डिफरेंस बिटवीन ਸਰੈਂਡਰ ਆਫ फैमिली इज ट्रीटमेंट एंड पेशेंट वास्ते मेडिसिन। जिस दिन फैमिली ट्रीटमेंट तो इलावा कोई होर गल ना करे, ये ना कहे कि जे ना ठीक होया मैं छड्ड के चले आई, मैं तेन घरों बाहर कढ़ देना ही, ऐ नहीं कहना। छड्ड के नहीं जाना। उन्होंने कहा मैं तेनू छड्ड के नहीं जाना, भावें तू ठीक हो, भावें इत्थे हो, भावें तू टब च लेट, ते भावें मैं तेरे नाल बैठ के ना 2 बोतलां पियां, तेनू मैं छड्ड के नहीं जाना। पेशेंट आपे ठीक होना शुरू है, क्योंकि पेशेंट को मैसेज की मिल गया कि देयर इज नो वे, ये बहुत ढीठ है।
ਤੁਹਾਨੂੰ ਇਹ ਦਿਖਾਣਾ ਪਏਗਾ ਕਿ ਤੁਸੀਂ ਇੰਨੀ ਢੀਠ ਹੋ ਕਿ ਤੁਸੀਂ ਲਾਸਟ ਸਾਹ ਤੱਕ ਆਪਣੇ ਪੇਸ਼ੈਂਟ ਦਾ ਟ੍ਰੀਟਮੈਂਟ ਕਰਾਓਗੇ ਤੇ ਉਸ ਤੋਂ ਪਹਿਲਾਂ ਇਹਨੂੰ ਕਿਸੇ ਵੀ ਤਰੀਕੇ ਦੀ ਛੱਡੋਗੇ ਨਹੀਂ ਤੇ ਆਪੇ ਗੁਰੂ ਸਾਹਿਬ ਜੀ ਠੀਕ ਹੋ ਜਾਣਗੇ। ਇਹੀ ਕਰਦੇ ਆ ਨਾ ਅਸੀਂ, ਹੋਰ ਕੀ ਕਰਦੇ ਆ। ਦੂਜਾ ਅਸੀਂ ਕੀ ਕੰਮ ਕਰਦੇ ਆ ਕਿ ਜਦੋਂ ਇੱਕ ਚੀਜ਼ ਜਿਹੜੀ ਹੋਰ ਤੁਹਾਨੂੰ ਮੈਂ ਅੱਗੇ ਦੱਸਣ ਲੱਗਾ, ਇਨੀਸ਼ੀਅਲ ਸਟੇजेस ਦੇ ਵਿੱਚ ਕੀ ਹੁੰਦਾ ਕਿ ਮੈਡੀਸਿਨਸ ਜ਼ਿਆਦਾ ਹੁੰਦੀ ਹੈ ਤੇ ਕਾਉਂਸਲਿੰਗ ਥੋੜੀ ਹੁੰਦੀ ਹੈ ਤੇ ਜਿਉਂ-ਜਿਉਂ ਟਾਈਮ ਨਿਕਲਦਾ ਹੈ ਮੈਡੀਸਿਨਸ ਦੀ ਕੁਆਂਟੀਟੀ ਘਟਦੀ ਜਾਂਦੀ ਹੈ ਤੇ ਕਾਉਂਸਲਿੰਗ ਦੀ ਕੁਆਂਟੀਟੀ ਵੱਧਦੀ ਜਾਂਦੀ ਹੈ। ਫਿਰ ਇੱਕ ਟਾਈਮ ਆਉਂਦਾ ਹੈ ਕਿ ਮੈਡੀਸਿਨਸ ਥੋੜੀਆਂ ਰਹਿ ਜਾਂਦੀਆਂ, ਕਾਉਂਸਲਿੰਗ ਜਿਹੜੀ ਹੈ ਉਹ ਉੱਪਰ ਚੱਲ ਜਾਂਦੀ। ਦਿਸ ਇਜ਼ ਵਾਟ ਇਟ ਇਜ਼ ਪ੍ਰੋਗਰਾਮ। ਇਹਦਾ ਮਤਲਬ ਹੈ ਕਿ ਜਿਹੜਾ ਪਾਵਰ, ਪ੍ਰੋਪੈਲਿੰਗ ਪਾਵਰ ਸੀ ਨਾ ਬਿਮਾਰੀ ਦੀ, ਡਿਜ਼ੀਜ਼ ਹੈਜ਼ ਏ ਪ੍ਰੋਪੈਲਿੰਗ ਥਰਸਟ। ਸਮਝਦੇ ਹੋ ਪ੍ਰੋਪੈਲਿੰਗ ਥਰਸਟ? ਜਹਾਜ਼ ਦੇ ਵਿੱਚ ਹੁੰਦੀ ਹੈ ਨਾ ਪ੍ਰੋਪੈਲਰ, 에ਅਰਪੋਰਟ ਉਹਦੇ ਵਿੱਚ ਇੱਕ ਪ੍ਰੋਪੈਲਿੰਗ ਥਰਸਟ ਹੁੰਦੀ ਹੈ, ਉਹ ਬੰਦੇ ਨੂੰ ਜੈਟ ਇੰਜਨ ਨੂੰ ਅੱਗੇ ਤੋਰਦੀ ਹੈ। ਬਿਮਾਰੀਆਂ ਦੇ ਵਿੱਚ ਵੀ ਪ੍ਰੋਪੈਲਿੰਗ ਥਰਸਟ ਹੁੰਦੀ ਹੈ। ਉਸ ਥਰਸਟ ਨੂੰ ਰੋਕਣ ਵਾਸਤੇ ਸਾਡੇ ਕੋਲ ਕੀ ਹੁੰਦਾ? ਮੈਡੀਕੇਸ਼ਨ। There is no other way ਕਿ ਤੁਸੀਂ 10 ਬੰਦੇ ਵੀ 20 ਬੰਦੇ ਵੀ ਸਾਡੇ ਪੇਸ਼ੈਂਟ ਦੀ ਪ੍ਰੋਪੈਲਿੰਗ ਥਰਸਟ ਨੂੰ ਘਟਾ ਸਕੋ। ਇਹਦਾ ਮਤਲਬ ਹੈ ਕਿ ਜਿੰਨੀ ਦੇਰ ਤੱਕ ਅਸੀਂ ਉਹ ਪ੍ਰੋਪੈਲਿੰਗ ਥਰਸਟ ਜਿਹੜੀ ਉਹਦੇ ਅੰਦਰ ਆਈ ਹੋਈ ਹੈ, ਇੱਕ ਖਾਸ ਤਰ੍ਹਾਂ ਦੀ એનર્ਜੀ ਜਿਹੜੀ ਕਿ ਅਨਡਾਇਰੈਕਟਿਡ ਹੈ, ਕਿਸੇ ਇੱਕ ਜਗ੍ਹਾ ਤੇ ਨਹੀਂ ਡਾਇਰੈਕਟਿਡ, ਕੰਸਟਰਕਟਿਵ ਨਹੀਂ ਹੈਗੀ, ਅਨਡਾਇਰੈਕਟਿਡ ਹੈ, ਉਸ ਥਰਸਟ ਨੇ, ਉਸ એનર્ਜੀ ਨੇ ਉਹਨੂੰ ਖਤਮ ਕਰ ਦੇਣਾ। ਇਹ ਉਸ ਬਿਮਾਰੀ ਦੇ ਵਿੱਚ ਬੈਠੀ ਹੋਈ ਹੈ। ਹੁਣ ਜਦੋਂ ਤੁਸੀਂ ਸਾਡੇ ਪੇਸ਼ੈਂਟ ਨੇ ਸਰੈਂਡਰ ਕੀਤਾ, ਅਸੀਂ ਮੈਡੀਸਨ ਦਿੱਤੀ, ਉਹਦੇ ਅੰਦਰ ਜਿਹੜੀ ਉਹ ਪ੍ਰੋਪੈਲਿੰਗ ਥਰਸਟ ਆਫ ਦਾ ਡਿਜ਼ੀਜ਼ ਹੈ ਨਾ, ਉਹਨੂੰ ਅਸੀਂ ਰੋਕ ਲਿਆ। ਇੱਕ ਟਾਈਮ ਆਏਗਾ ਕਿ એનર્ਜੀ ਅਸੀਂ ਫਿਰ ਘਟਾ ਕੇ ਦੇਖਦੇ ਆ ਨਾ ਜਦੋਂ ਮੈਡੀਸਿਨਸ, ਫਿਰ ਅਸੀਂ ਦੇਖਦੇ ਆ ਵੀ ਹੁਣ ਪ੍ਰੋਪੈਲਿੰਗ ਥਰਸਟ ਕਿੰਨੀ ਕੁ ਰਹਿ ਗਈ ਹੈ। ਜਿਉਂ-ਜਿਉਂ ਫਿਰ ਪ੍ਰੋਪੈਲਿੰਗ ਥਰਸਟ ਘਟਦੀ ਜਾਂਦੀ ਹੈ, ਤਿਉਂ-ਤਿਉਂ ਸਾਡੀ ਮੈਡੀਕੇਸ਼ਨ ਦਾ ਜਿਹੜਾ ਲੈਵਲ ਹੈ ਉਹ ਘਟਦਾ ਜਾਂਦਾ ਹੈ। ਅਸੀਂ ਫਿਰ ਉਹਨੂੰ ਘਟਾਉਂਦੇ ਜਾਂਦੇ ਹਾਂ। ਤੇ ਜੇ ਅਸੀਂ ਪੇਸ਼ੈਂਟ ਅੱਜ ਵੀ ਆਪਣੀਆਂ ਮਨਮਾਰੀਆਂ ਕਰ ਰਿਹਾ ਜਾਂ ਰਿਟੈਲੀਏਟ ਕਰ ਰਿਹਾ ਜਾਂ ਆਪਣਾ ਟ੍ਰੀਟਮੈਂਟ ਨਹੀਂ ਕਰਾ ਰਿਹਾ ਜਾਂ ਆਪਣੀਆਂ ਮਰਜ਼ੀਆਂ ਕਰ ਰਿਹਾ, ਇਹਦਾ ਮਤਲਬ ਕਿੱਥੇ ਘਾਟ ਹੈਗੀ ਹੈ। ਜੇ ਤੁਸੀਂ ਕੱਲ ਜਾ ਕੇ ਆਪਣੀਆਂ ਮਰਜ਼ੀਆਂ ਕਰੋ ਜਾਂ ਤੁਸੀਂ ਆਪਣੀਆਂ ਮਰਜ਼ੀਆਂ ਕਰੋ, ਇਹਦਾ ਮਤਲਬ ਕਿ ਕਿੱਥੇ ਫਰਕ ਰਹਿ ਗਿਆ ਫਿਰ? ਹਾਂਜੀ, ਹਾਂ, ਇਹਦਾ ਮਤਲਬ ਕੰਪਲੀਟ ਸਰੈਂਡਰ ਨਹੀਂ ਆ ਸਕਿਆ। ਇਹਦਾ ਮਤਲਬ ਹੈ ਕਿ ਸਾਡਾ ਟ੍ਰੀਟਮੈਂਟ ਤੁਹਾਡੀ ਬਿਮਾਰੀ ਦੀ ਥਰਸਟ ਨਾਲੋਂ ਨੀਚੇ ਰਹਿ ਗਿਆ। ਅਸੀਂ ਤੁਹਾਨੂੰ ਉਨੀ ਟ੍ਰੀਟਮੈਂਟ ਨਹੀਂ ਦੇ ਸਕੇ ਜਿਹਦੇ ਨਾਲ ਤੁਹਾਡੀ ਬਿਮਾਰੀ ਦਾ ਥਰਸਟ ਹਾਲੇ ਨਹੀਂ ਘਟਿਆ। ਹੋ ਸਕਦਾ ਇਹਨੂੰ ਘਟਦਿਆਂ 100 ਦਿਨ ਲੱਗ ਜਾਣ, ਹੋ ਸਕਦਾ ਉਹਨੂੰ ਘਟਦਿਆਂ 200 ਦਿਨ ਲੱਗ ਜਾਣ, ਬਟ ਵੀ ਹੈਵ ਟੂ ਸੀ ਕਿ ਉਨੀ ਦੇਰ ਤੱਕ ਮੈਡੀਸਿਨਸ ਨੂੰ ਨੀਚੇ ਨਹੀਂ ਆਣਾ ਜਿੰਨੀ ਦੇਰ ਤੱਕ ਪ੍ਰੋਪੈਲਿੰਗ ਥਰਸਟ ਆਫ ਦਾ ਡਿਜ਼ੀਜ਼ ਨਹੀਂ ਘਟਦੀ। ਹੁਣ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਐਂਡ ਬਹੁਤ ਸਾਰੇ ਲੋਕੀ ਸਾਡੇ ਕੋਲ ਆਂਦੇ ਟ੍ਰੀਟਮੈਂਟ ਕਰਾਉਣਾ, ਡਾਕਟਰ ਸਾਹਿਬ ਦਵਾਈ ਤੋਂ ਬਗੈਰ ਟ੍ਰੀਟਮੈਂਟ ਕਰੋ, ਡਾਕਟਰ ਸਾਹਿਬ ਦਵਾਈਆਂ ਘੱਟ ਕਰ ਦਿਓ, ਡਾਕਟਰ ਸਾਹਿਬ ਦਵਾਈਆਂ ਬੰਦ ਕਰ ਦਿਓ, ਡਾਕਟਰ ਸਾਹਿਬ ਦਵਾਈ ਨਾ ਦੇਣਾ, ਡਾਕਟਰ ਸਾਹਿਬ ਦਵਾਈ ਦੇ ਸਾਈਡ ਇਫੈਕਟ ਹੈ। ਤੇ ਤੁਸੀਂ ਇਹ ਦੇਖੋ ਕਿ ਜਿਹੜੀ ਉਹ ਬਿਮਾਰੀ ਦੀ ਪ੍ਰੋਪੈਲਿੰਗ ਥਰਸਟ ਹੈ ਉਹ ਕਿੰਨੀ ਵੱਡੀ ਚੀਜ਼ ਹੈ। ਉਹ ਤੇ ਇਹਨੂੰ ਇੱਕ ਦਿਨ 'ਚ ਖਤਮ ਕਰ ਦੇਗੀ। ਤੁਸੀਂ ਦੇਖਦੇ ਹੋ ਸਾਡੇ ਪੇਸ਼ੈਂਟ ਆਪਣਾ ਟਾਇਰ ਉੱਪਰ ਚੁੱਕ ਲੈਂਦੇ ਆ, ਕਦੀ ਕਾਰ 190 ਤੇ ਚਲਾਉਂਦੇ ਆ, ਕਦੀ ਜਿੱਥੇ ਬਾਹਰ ਗਏ ਉੱਥੇ ਹੀ ਪੰਗਾ ਲੈ ਲਿਆ, ਉੱਥੇ ਹੀ ਲੜਾਈ ਝਗੜਾ ਕਰ ਲਿਆ, ਆਵਾਜ਼ ਉਹਨਾਂ ਦੀ ਉੱਚੀ ਹੋ ਜਾਂਦੀ ਹੈ, ਲੜਨ ਨੂੰ ਹਰ ਵੇਲੇ ਫਿਰ ਤੇ ਇਰੀਟੇਬਲ ਹੁੰਦੇ ਆ, ਹਰ ਵੇਲੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡਾ ਨੁਕਸਾਨ ਕਿੱਥੇ ਹੈ, ਕਮਜ਼ੋਰ ਹੈ, ਤਗੜਾ ਬੰਦਾ, ਜਿੰਨਾ ਮਰਜ਼ੀ। ਕਦੀ ਐਸਐਚਓ ਨੂੰ ਕੁੱਟਤਾ, ਐਸਐਚਓ ਨੂੰ ਫਿਰ ਅੱਗੋਂ ਲਟਾ ਕੇ ਕੁੱਟਿਆ। ਫਿਰ ਇਹ ਕੀ ਹੋਇਆ? ਪ੍ਰੋਪੈਲਿੰਗ ਥਰਸਟ ਹੈਗੀ ਹੈ। ਲੋਕ ਸੋਚਦੇ ਇਹ ਬੰਦਾ ਮਾੜਾ ਹੈ, ਪਰ ਹੁੰਦੀ ਕੀ ਹੈ? ਬਿਮਾਰੀ ਦੀ ਪ੍ਰੋਪੈਲਿੰਗ ਥਰਸਟ ਹੁੰਦੀ ਹੈ ਜਿਹੜੀ ਉਹਦੇ ਕੋਲੋਂ ਉਹ ਕੰਮ ਕਰਵਾ ਰਹੀ ਹੁੰਦੀ ਹੈ। ਇਹਨੂੰ ਉੱਪਰ ਕਰਨਾ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਸ ਨੂੰ ਡਿਟੇਲ ਸਮਝਾਉਣ ਲੱਗਾ। ਹੁਣ ਇਹ ਯਾਦ ਰਹੇਗਾ ਨਾ, ਸਰੈਂਡਰ ਉਹ ਮਤਲਬ ਨਹੀਂ ਹੈ ਜਿਹੜਾ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਠੀਕ ਹੈ। ਸਰੈਂਡਰ ਇਹ ਹੈ ਕਿ ਸਾਡੇ ਵੱਸ 'ਚ ਨਹੀਂ ਹੁੰਦਾ, ਸਰੈਂਡਰ ਕਰਨਾ ਪੈਂਦਾ ਹੈ। ਐਂਡ ਸਾਡੇ ਕੋਲ ਹੋਰ ਚਾਰਾ ਕੋਈ ਨਹੀਂ ਹੈ। ਜੇ ਇੱਕ ਬਿਮਾਰੀ ਹੈ, ਆਪਾਂ ਮੰਨ ਲਿਆ, ਜੇ ਤੁਸੀਂ ਟ੍ਰੀਟਮੈਂਟ ਨਹੀਂ ਨਾ ਕਰਾ ਰਹੇ
ਜਾਂ ਟ੍ਰੀਟਮੈਂਟ ਦੇ ਵਿੱਚ ਮੀਨ ਮੇਖੀਆਂ ਕਰ ਰਹੇ ਹੋ ਜਾਂ ਟ੍ਰੀਟਮੈਂਟ ਆਪਣੇ ਸਟਾਈਲ ਨਾਲ ਕਰ ਰਹੇ ਹੋ, ਇਹਦਾ ਮਤਲਬ ਤੁਹਾਨੂੰ ਹਾਲੇ ਫਸਟ ਸਟੈਪ ਡਿਜ਼ੀਜ਼ ਕਨਸੈਪਟ ਨਹੀਂ ਸਮਝ ਆਇਆ। ਇਹਦਾ ਮਤਲਬ ਆਪਾਂ ਫਸਟ ਚੈਪਟਰ ਤੇ ਚੱਲੀਏ। ਫਸਟ ਚੈਪਟਰ ਕੀ ਸਮਝਾਇਆ ਜਾਂਦਾ ਹੈ ਕਿ ਇੱਕ ਬਿਮਾਰੀ ਹੈ, ਬੁਰਾ ਇਨਸਾਨ ਨਹੀਂ ਹੈ। ਇਹਦਾ ਮਤਲਬ ਤੁਹਾਨੂੰ ਉਹਦੇ 'ਚ ਕੋਈ ਕਲੈਰਿਟੀ ਨਹੀਂ ਹੈ, ਇਸ ਕਰਕੇ ਤੁਸੀਂ ਟ੍ਰੀਟਮੈਂਟ ਤੇ ਨਹੀਂ ਆ ਰਹੇ। ਇਹਦਾ ਮਤਲਬ ਤੁਸੀਂ ਟ੍ਰੀਟਮੈਂਟ ਨੂੰ ਕੁਐਸਚਨ ਕਿਉਂ ਕਰ ਰਹੇ ਹੋ, ਜਾਂ ਤੁਸੀਂ ਕਿਉਂ ਕਹਿ ਰਹੇ ਹੋ ਡਾਕਟਰ ਨੂੰ ਕਿ ਦਵਾਈ ਬੰਦ ਕਰੋ ਤੇ ਅਸੀਂ ਕਾਉਂਸਲਿੰਗ ਕਰਾਣੀ ਹੈ। ਤੁਸੀਂ ਸਿਰਫ ਪ੍ਰੋਗਰਾਮ ਕਰਾਉਣਾ, ਅਸੀਂ ਦਵਾਈ ਨਹੀਂ ਦਵਾਣੀ। ਇਹ ਹੋ ਸਕਦਾ ਪੋਸੀਬਲ? ਨਹੀਂ ਪੋਸੀਬਲ ਹੋ ਸਕਦਾ। ਇਹਦਾ ਮਤਲਬ ਤੁਹਾਨੂੰ ਹਾਲੇ ਡਿਜ਼ੀਜ਼ ਕਨਸੈਪਟ ਨਹੀਂ ਸਮਝਿਆ, ਇਸ ਕਰਕੇ ਤੁਹਾਡਾ ਸਰੈਂਡਰ ਕੰਪਲੀਟ ਨਹੀਂ ਹੈ। ਫਿਰ ਆਪਾਂ ਦੁਬਾਰਾ ਰਿਵਾਈਜ਼ ਕਰਾਉਂਦੇ ਹਾਂ ਡਿਜ਼ੀਜ਼ ਕਨਸੈਪਟ। ਇਹ ਮੈਂ ਵਰਡਸ ਲਿਖੇ ਹੈ, ਇਹਨਾਂ ਦਾ ਸਾਰਿਆਂ ਦਾ ਮਤਲਬ ਹੈਗਾ ਜਿਹੜੀ ਮੈਂ ਚੀਜ਼ ਸਮਝਾਈ ਹੈ ਨਾ ਉਹਦੇ ਨਾਲ, ਕਿ ਸਾਡੇ ਪੇਸ਼ੈਂਟ ਨੂੰ ਬਿਮਾਰੀ ਡਰੱਗਸ ਦੀ ਨਹੀਂ ਹੈ, ਉਹਦਾ ਮੂਡ ਡਿਸਆਰਡਰ ਹੈ। ਹੀ ਇਜ਼ ਬੀਨ ਸਫਰਿੰਗ ਫਰੋਮ ਮੂਡ ਡਿਸਆਰਡਰ, that is why he's been trying to catch up with other things। ਅਸਲ 'ਚ ਉਹਦਾ ਮੂਡ ਡਿਸਆਰਡਰ ਹੈ। ਜਿੰਨੇ ਵੀ ਉਹਦੇ ਕੋਲੋਂ ਬਿਹੇਵੀਅਰ ਹੋ ਰਹੇ ਆ ਬਚਪਨ ਤੋਂ ਲੈ ਕੇ ਹੁਣ ਤੱਕ, ਜਾਂ ਉਹ ਕਰੈਂਕੀ ਹੋ ਰਿਹਾ, ਜਾਂ ਉਹ ਲੜ ਰਿਹਾ, ਝਗੜ ਰਿਹਾ, ਇਰੀਟੇਬਲ ਹੋ ਰਿਹਾ, ਜਾਂ ਉਹਦੇ ਮਨ 'ਚ ਖਿਆਲ ਆ ਰਹੇ ਆ, ਜਾਂ ਉਹ ਆਪਣੇ ਆਪ ਨੂੰ ਕਦੀ ਕਿਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ, ਕਦੀ ਕਿਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ, ਅਲਟੀਮੇਟਲੀ ਇਟ ਇਜ਼ ਬਿਕੋਜ਼ ਆਫ ਮੂਡ ਡਿਸਆਰਡਰ। ਉਹ ਮੂਡ ਡਿਸਆਰਡਰ ਦੇ ਕਈ ਕਾਰਨ ਹੈ, ਜਾਂ ਤੇ ਜੈਨੇਟਿਕ ਹੈ, ਜਾਂ ਚਾਈਲਡਹੁੱਡ ਟਰਾਮਾਸ ਹੈ, ਜਾਂ ਕੁਛ ਨਾ ਕੁਛ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਇਨਸਾਨ ਆਪਣੇ ਆਪ ਨੂੰ ਘਟੀਆ ਸਮਝਦਾ ਹੈ, ਜਿਸ ਕਰਕੇ ਉਹਦਾ ਮੂਡ ਜਿਹੜਾ ਖਰਾਬ ਰਹਿੰਦਾ ਹੈ। ਸੋ ਨੰਬਰ 1 ਜਿਹੜੀ ਚੀਜ਼ ਸਮਝਣ ਵਾਲੀ ਹੈ, ਇਟ ਇਜ਼ ਮੂਡ ਡਿਸਆਰਡਰ। It is not addiction, it is not drugs, it is ultimately the mood disorder which needs to be corrected, right? Treatment ਜਿਹੜਾ ਅਸੀਂ ਕਰ ਰਹੇ ਹਾਂ ਕਿਹਦਾ ਕਰ ਰਹੇ ਹਾਂ? ਮੂਡ ਡਿਸਆਰਡਰ ਦਾ। ਹੁਣ ਜਿਸ ਇਨਸਾਨ ਦਾ ਮੂਡ ਉੱਪਰ ਨੀਚੇ ਆ ਰਿਹਾ ਹੈ, ਉਹਦੇ ਵਿੱਚ ਸੋਚਾਂ ਵੀ ਡਿਫਰੈਂਟ ਹੋਣਗੀਆਂ, ਉਹਦੀ ਗੱਲਬਾਤ ਕਰਨ ਦਾ ਤਰੀਕਾ, ਉਹਦਾ ਬਿਹੇਵ ਕਰਨ ਦਾ ਤਰੀਕਾ, ਹਰ ਚੀਜ਼ ਉਹਦੇ ਮੂਡ ਦੇ ਨਾਲ ਡਾਇਰੈਕਟ ਹੋਏਗੀ। ਕਿਸੇ ਵੇਲੇ ਤੇ ਉਹ ਬਹੁਤ ਖੁਸ਼ ਹੋਏਗਾ, ਕਿਸੇ ਵੇਲੇ ਉਹ ਬਹੁਤ ਉਦਾਸ ਹੋਏਗਾ, ਕਿਸੇ ਵੇਲੇ ਉਹ ਸਾਰੇ ਦੁਨੀਆ ਦੇ ਕੰਮ ਕਰ ਲਏਗਾ, ਕਿਸੇ ਵੇਲੇ ਉਹ ਸਿਰਫ ਅੰਦਰ ਬੈਠ ਕੇ ਇਕੱਲੇ ਕਮਰੇ 'ਚ ਬੈਠ ਜਾਏਗਾ ਤੇ ਕਿਸੇ ਨਾਲ ਇੰਟਰੈਕਟ ਨਹੀਂ ਕਰੇਗਾ, ਕਿਸੇ ਦਾ ਫੋਨ ਨਹੀਂ ਸੁਣੇਗਾ। ਇਟ ਇਜ਼ ਅ ਮੂਡ ਡਿਸਆਰਡਰ। ਵੀ ਕੈਨੋਟ ਅੰਡਰਸਟੈਂਡ ਕਿ ਮੂਡ ਡਿਸਆਰਡਰ ਕਿੰਨਾ ਇੰਪੈਕਟ ਰੱਖਦਾ। ਸਾਰੀ ਦੁਨੀਆ ਦੀ ਹਿਸਟਰੀ ਜਿਹੜੀ ਹੈ ਨਾ, ਇਹ ਮੂਡ ਡਿਸਆਰਡਰ ਦੇ ਵਿੱਚ ਕਿਤੇ ਨਾ ਕਿਤੇ ਛੁਪੀ ਹੋਈ ਹੈ। ਬਾਈਪੋਲਰ ਹੈ ਨਾ, ਜਿਹੜੇ ਬਾਈਪੋਲਰ ਸਾਡੇ ਪੇਸ਼ੈਂਟ, ਉਹਨਾਂ ਦਾ ਕਦੀ ਮੂਡ ਤੇ ਇੰਨਾ ਉੱਪਰ ਹੁੰਦਾ ਕਿ ਉਹ 10 ਬੰਦਿਆਂ ਦਾ ਕੰਮ ਕਰ ਸਕਦੇ ਆ। ਦੇ ਬਿਕਮ ਸੋ ਕ੍ਰੀਏਟਿਵ, ਇੰਟੈਲੀਜੈਂਟ, ਐਂਡ ਕਿਸੇ ਵੇਲੇ ਉਹਨਾਂ ਦਾ ਮੂਡ ਇੰਨਾ ਲੋ ਹੁੰਦਾ ਕਿ ਉਹਨਾਂ ਨੂੰ ਤੁਸੀਂ ਇਹ ਪੁੱਛੋ ਕਿ 2+2 ਕਿੰਨਾ ਹੁੰਦਾ, ਤੇ ਉਹ ਕਹਿੰਦੇ ਯਾਰ ਇੰਨਾ ਕੌਣ ਐਫਰਟ ਲਾਏ। ਹੁਣ ਤੁਸੀਂ, ਮੈਂ ਆਪਣੇ ਪੇਸ਼ੈਂਟ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਬੱਚੇ ਦਾ ਨਾਂ ਕੀ ਹੈ? ਕਹਿੰਦਾ ਮੈਨੂੰ ਨਹੀਂ ਪਤਾ, ਮੁੰਡਾ ਹੀ ਹੈ, 2 ਮੁੰਡੇ ਹੈਗੇ ਆ ਬਸ। ਸੋ ਇਟ ਕੈਨ ਬੀ ਆਰਗੈਨਿਸਿਟੀ ਆਲਸੋ, ਬਟ ਮੂਡ ਖਰਾਬ ਹੋਏ ਤੇ ਤਾਂ ਵੀ ਬੰਦਾ ਇਹੋ ਜਿਹਾ ਆਨਸਰ ਦਿੰਦਾ। ਕੀ ਲੈਣਾ ਡਾਕਟਰ ਸਾਹਿਬ ਤੁਸੀਂ ਪੁੱਛ ਕੇ, ਇਹ 'ਚ ਕੀ ਪਿਆ? ਮੇਰੀ ਗੱਲ ਸੁਣੋ ਜਿਹੜੀ ਸੁਣਨੀ ਹੈ। ਇਲਾਜ ਮੇਰਾ ਕਰਨਾ ਜੇ ਉਹਨਾਂ ਦਾ ਕਰਨਾ ਜੇ? ਮਤਲਬ ਉਹਦਾ ਕੀ ਦਿਲ ਕਰ ਰਿਹਾ ਕਿ ਮੈਂ ਇੰਨਾ ਵੀ ਨਾ ਐਗਜ਼ਰਟ ਕਰਾਂ ਕਿ ਆਪਣੇ ਬੱਚਿਆਂ ਦੇ ਨਾਂ। ਉਹਨਾਂ ਨੂੰ ਮੈਂ ਕਹੂੰਗਾ ਕੱਪੜੇ ਰੋਜ਼ ਚੇਂਜ ਕਰੋ, ਸੂਟ ਨਵਾਂ ਪਾਓ, ਉਹ ਨਹੀਂ ਪਾਉਣਗੇ, ਉਹ ਫਿਰ ਪੁਰਾਣੇ ਕੱਪੜੇ ਪਾ ਲੈਣਗੇ। ਮੈਂ ਉਹਨਾਂ ਨੂੰ ਕਹਾਂਗਾ ਉੱਠ ਕੇ ਨਹਾਓ, ਉਹ ਕਹਿੰਦੇ ਨਹਾ ਕੇ ਕਿੱਥੇ ਜਾਣਾ ਡਾਕਟਰ ਸਾਹਿਬ, ਫਿਰ ਗੰਦੇ ਹੋ ਜਾਣਾ। ਤੇ ਕਿਉਂ ਨਹਾਉਣਾ? ਮੈਂ ਉਹਨੂੰ ਕਹਾਂਗਾ ਕਾਰ ਸਾਫ਼ ਕਰ ਲਓ, ਕਹਿੰਦੇ ਹੁਣੇ ਫਿਰ ਮਿੱਟੀ ਪੈ ਜਾਣੀ ਉੱਤੇ। ਉਹ ਕਹਿਣਗੇ ਮੂਡ ਹੀ, ਇਹਦਾ ਮਤਲਬ ਜਿਹਦਾ ਮੂਡ ਠੀਕ ਹੈ ਉਹਨੇ ਸਵੇਰ ਦੀ ਕਾਰ ਸਾਫ਼ ਕਰੀ ਜਾਣੀ 5 ਵਜੇ ਦੀ, ਤੇ ਕਈ ਹੁੰਦੇ ਜਿਹੜੇ 2:30 ਵਜੇ ਉੱਠ ਕੇ ਰਾਤੀ ਕਾਰ ਸਾਫ਼ ਕਰਨ ਲੱਗ ਪੈਂਦੇ ਆ। ਫਿਰ ਸਾਫ਼ ਕਰਾਈ, ਫਿਰ ਕੀਤੀ, ਉਹ ਮੂਡ ਡਿਸਆਰਡਰ ਹੁੰਦਾ ਨਾ। ਕਈ ਲੋਕੀ ਕਹਿੰਦੇ ਡਾਕਟਰ ਸਾਹਿਬ ਮੈਨੂੰ ਤਾਂ ਸਾਰੀ ਕਿਤਾਬ ਇੱਕ ਵਾਰੀ ਦਿਖਾ ਦਿਓ, ਮੈਂ ਪੜ੍ਹ ਲੈਣਾ। ਤੇ ਦੂਜੀ ਵਾਰੀ ਉਹ ਆਉਂਦੇ ਕਹਿੰਦੇ ਮੇਰੇ ਕੋਲ ਤੇ ਇਹ ਇੱਕ ਪੇਜ ਤੇ ਨਹੀਂ ਫੋਕਸ ਹੋ ਰਿਹਾ, ਮੇਰੇ ਕੋਲ ਤੇ ਇੱਕ ਪੇਜ ਵੀ ਨਹੀਂ ਪੜ੍ਹਿਆ ਜਾ ਰਿਹਾ, ਮੈਂ ਤਾਂ ਯਾਦ ਹੀ ਨਹੀਂ ਰਹਿੰਦਾ, ਮੈਨੂੰ ਸਭ ਕੁਝ ਭੁੱਲ ਹੀ ਜਾ ਰਿਹਾ। ਆਮ ਤੌਰ ਤੇ ਜਦੋਂ ਸਾਡੇ ਕੋਲ ਪੇਸ਼ੈਂਟ ਮੈਮਰੀ ਪ੍ਰੋਬਲਮਸ ਵਾਸਤੇ ਆਉਂਦੇ ਆ ਨਾ, ਉਹ ਮੈਮਰੀ ਪ੍ਰੋਬਲਮ ਦੇ ਪੇਸ਼ੈਂਟ ਨਹੀਂ ਹੁੰਦੇ, ਉਹ ਆਮ ਤੌਰ ਤੇ ਮੂਡ ਡਿਸਆਰਡਰ ਦੇ ਪੇਸ਼ੈਂਟ ਹੁੰਦੇ। ਉਹ ਐਫਰਟ ਹੀ ਨਹੀਂ ਲਗਾ ਸਕਦੇ ਆਪਣੇ ਦਿਮਾਗ 'ਚ ਰਜਿਸਟਰ ਕਰਨ ਵਾਸਤੇ, ਫੋਕਸ ਕਰਨ ਵਾਸਤੇ, ਅਟੈਂਸ਼ਨ ਵਾਸਤੇ, ਤੇ ਦੁਬਾਰਾ ਤੋਂ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਣ ਵਾਸਤੇ। ਦੂਜੀ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ, ਉਹ ਆਉਂਦੀ ਹੈ ਥਾਟ। ਇਹ ਕਹਿੰਦੇ ਹੈ
ਕਿ ਜਿਹੋ ਜੀ ਸਾਡੀ ਥਿੰਕਿੰਗ ਹੋਏਗੀ ਨਾ, ਜਿਹੋ ਜਿਹਾ ਸਾਡਾ ਮੂਡ ਹੋਏਗਾ ਉਹੋ ਜੀ ਸਾਡੀ ਥਿੰਕਿੰਗ ਹੋਏਗੀ, ਐਂਡ ਜਿਹੋ ਜੀ ਸਾਡੀ ਥਿੰਕਿੰਗ ਹੋਏਗੀ ਉਹੋ ਜਿਹਾ ਸਾਡਾ ਮੂਡ ਹੋਏਗਾ। ਸੋ ਮੂਡ ਤੇ ਥਾਟ ਆਪਸ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੋਏ ਆ। ਜੇ ਤੁਸੀਂ ਕਿਸੇ ਚੀਜ਼ ਦਾ ਨੈਗੇਟਿਵ ਪਰਸਪੈਕਟਿਵ ਸੋਚਣਾ ਸ਼ੁਰੂ ਕਰਦੇ ਹੋ, ਬਹੁਤ ਸਾਰੇ ਸਾਡੇ ਪੇਸ਼ੈਂਟ ਨਾ ਆਪਣੇ ਆਪ ਨੂੰ ਬੜਾ ਘਟੀਆ ਸਮਝਦੇ ਆ, ਆਪਣੇ ਆਪ ਨੂੰ ਨੀਵਾਂ ਸਮਝਦੇ ਆ, ਆਪਣੇ ਆਪ ਨੂੰ ਬੁਰਾ ਇਨਸਾਨ ਸਮਝਦੇ ਆ, ਆਪਣੇ ਆਪ ਨੂੰ ਦੂਜਿਆਂ ਨਾਲੋਂ ਘੱਟ ਅੰਕਦੇ ਆ। ਆਮ ਤੌਰ ਤੇ ਇਹ ਜਿਹੜੇ ਪੇਸ਼ੈਂਟ ਹੁੰਦੇ ਆ ਨਾ, ਬਾਹਰੋਂ ਭਾਵੇਂ ਗ੍ਰੈਂਡਿਓਸਿਟੀ ਦਿਖਾਉਣ, ਪਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਹਮੇਸ਼ਾ ਕੰਪੇਅਰ ਕਰ ਕਰਕੇ ਨੀਵਾਂ ਇਨਸਾਨ ਸਮਝਦੇ ਆ। ਇਹ ਇੱਥੋਂ ਤੱਕ ਵੀ ਸਮਝਦੇ ਆ ਅਸੀਂ ਅਧੂਰੇ ਆ, ਅਸੀਂ ਡਿਫੈਕਟਿਵ ਆ, ਅਸੀਂ ਇਸ ਦੁਨੀਆ ਤੇ ਰਹਿਣ ਜੋਗੇ ਨਹੀਂ, ਸਾਡੇ ਕੋਲ ਦੁਨੀਆ ਨੂੰ ਫੇਸ ਨਹੀਂ ਕੀਤਾ ਜਾਂਦਾ, ਮੈਂ ਲੋਕਾਂ ਨੂੰ ਫੇਸ ਕਿਵੇਂ ਕਰਾਂਗਾ, ਇਹ ਲੋਕੀ ਤੇ ਮੇਰੇ ਵੱਲ ਦੇਖਦੇ ਪਏ ਆ, ਇਹ ਲੋਕੀ ਮੇਰੇ ਬਾਰੇ ਪਤਾ ਨਹੀਂ ਕੀ ਸੋਚਦੇ ਆ, ਕਿਤੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਵੀ ਮੈਂ ਇੰਨਾ ਘਟੀਆ, ਕਿਤੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਮੇਰੇ ਅੰਦਰ ਕਿਹੜੀ ਸੋਚ ਚੱਲਦੀ ਹੈ। ਸੋ ਥਾਟ ਇਜ਼ ਅ ਵੈਰੀ ਬਿਗ ਥਿੰਗ, ਥਾਟ ਇਜ਼ ਅ ਵੈਰੀ ਵੈਰੀ ਬਿਗ ਥਿੰਗ। ਅਸਲ 'ਚ ਸਾਰੀ એનર્ਜੀ ਜਿਹੜੀ ਹੈ ਨਾ ਉਹ ਥਾਟ ਦੇ ਨਾਲ ਜੁੜੀ ਹੋਈ ਹੈ। ਜੇ ਤੁਹਾਡੇ ਕੋਲ ਥਾਟ ਪੋਜ਼ਿਟਿਵ ਹੈ ਤੇ ਤੁਹਾਡੀ એનર્ਜੀ ਪੋਜ਼ਿਟਿਵ ਹੈ। ਜੇ ਤੁਹਾਡੇ ਕੋਲ ਥਾਟ ਨੈਗੇਟਿਵ ਹੈ ਤੇ ਤੁਹਾਡੀ એનર્ਜੀ, ਇੱਕ ਥਾਟ ਦੇ ਨਾਲ ਬੰਦਾ ਜ਼ਮੀਨ ਤੇ ਰਿੰਗਣ ਲੱਗ ਪੈਂਦਾ, ਇੱਕ ਥਾਟ ਦੇ ਨਾਲ ਬੰਦਾ ਅਸਮਾਨ ਤੇ ਉੱਡਣ ਲੱਗ ਪੈਂਦਾ। ਐਂਡ ਤੁਸੀਂ ਦੇਖੋ ਇਹਨਾਂ ਤਿੰਨਾਂ ਦਾ ਜੇ ਤੁਸੀਂ ਰਿਲੇਸ਼ਨ ਦੇਖੋ, ਮੂਡ ਦਾ ਥਾਟ ਦੇ ਨਾਲ, ਥਾਟ ਦਾ એનર્ਜੀ ਦੇ ਨਾਲ, એનર્ਜੀ ਦਾ ਥਾਟ ਦੇ ਨਾਲ, ਥਾਟ ਦਾ ਮੂਡ ਦੇ ਨਾਲ। ਇਹ ਹੈ ਸਾਰੀ ਜਿਹੜੀ ਮੈਂ ਬ੍ਰੇਨ ਦਾ ਟ੍ਰੀਟਮੈਂਟ ਜਿਹਦੇ ਵਾਸਤੇ ਤੁਸੀਂ ਮੇਰੇ ਕੋਲ ਆਏ ਹੋ। ਹੁਣ ਤੁਸੀਂ ਦੱਸੋ ਕਿ ਜਿਸ ਇਨਸਾਨ ਨੇ ਬਾਈਪੋਲਰ ਦੇ ਵਿੱਚ ਇੰਨੀ એનર્ਜੀ ਉਹਨੂੰ ਚਾਹੀਦੀ ਸੀ ਕਿ 70-80, ਉਹਨੂੰ ਮਿਲ ਗਈ 250-150, ਉਹ ਬੰਦਾ ਹੁਣ 70-80 ਨੂੰ ਨਹੀਂ ਨਾਰਮਲ ਸਮਝਦਾ ਪਿਆ, ਉਹਨੂੰ ਲੱਗਦਾ ਕਿ ਇਹ ਮੇਰੇ 'ਚ ਹੈ ਨਹੀਂ એનર્ਜੀ। ਇਸ ਤਰ੍ਹਾਂ ਹੀ ਜਦੋਂ ਸਾਡੇ ਪੇਸ਼ੈਂਟ ਨਸ਼ਾ ਕਰਦੇ ਆ ਨਾ, ਚਾਹੀਦਾ ਤਾਂ ਸੀਗਾ ਕਿ ਉਹਨਾਂ ਨੇ 70-80 ਤੇ ਕੀਤਾ ਫਿਰ 100 ਤੱਕ એનર્ਜੀ ਆ ਜਾਂਦੀ, ਪਰ ਉਹਨਾਂ ਨੂੰ ਆ ਜਾਂਦੀ ਹੈ ਕਿੰਨੀ, 150-250। ਹੁਣ ਇਹ ਜਿਹੜੀ 150-250 એનર્ਜੀ ਆ ਗਈ ਨਾ, ਜਿਹੜੀ 100 ਤੋਂ ਉੱਪਰ ਚਲੇ ਗਈ, ਉਹਦੇ ਕਰਕੇ ਅੱਜ ਉਹਨਾਂ ਨੂੰ ਫੀਲ ਹੁੰਦਾ ਕਿ ਉਹ એનર્ਜੀ ਲੈਸ ਹੈਗੇ ਆ। ਹੁਣ ਇਹ ਜਿਹੜੇ ਬੰਦੇ ਸਾਡੇ ਪੇਸ਼ੈਂਟ ਰਿਲੈਪਸ ਕਰਦੇ ਆ ਨਾ, ਉਹ ਇਸ ਕਰਕੇ ਰਿਲੈਪਸ ਕਰਦੇ ਆ ਕਿਉਂਕਿ ਉਹਨਾਂ ਨੂੰ ਇੰਨੀ એનર્ਜੀ ਦੇ ਨਾਲ ਉਹਨਾਂ ਕੋਲ ਉੱਠਿਆ ਨਹੀਂ ਜਾਂਦਾ, ਉਹਨਾਂ ਕੋਲ ਬ੍ਰਸ਼ ਨਹੀਂ ਹੁੰਦਾ, ਉਹਨਾਂ ਕੋਲ ਬਾਥਰੂਮ ਨਹੀਂ ਜਾਇਆ ਜਾਂਦਾ। ਉਹਨਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਉਹਨਾਂ ਕੋਲ એનર્ਜੀ ਇੰਨੀ ਹੋਣੀ ਚਾਹੀਦੀ ਹੈ ਕਿ ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾਉਣ ਤੇ ਉਹ ਕੰਮ ਹੋ ਜੇ। ਇਹਦਾ ਮਤਲਬ ਹੈ ਕਿ ਪੇਸ਼ੈਂਟ ਦੇ ਰਿਲੈਪਸ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੋਇਆ, એનર્ਜੀ। ਐਂਡ એનર્ਜੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨ ਟੂ, ਐਂਡ ਵਿਚ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨ ਟੂ। ਸੋ ਨਾਓ ਵਾਟ ਯੂ ਸੀ, ਜਿਹੜਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਉਹਦੇ ਵਿੱਚ ਹੁਣ ਪੇਸ਼ੈਂਟ ਨੂੰ ਕੀ ਚਾਹੀਦਾ ਹੈ ਕਿ ਮੈਂ 2 ਗੋਲੀਆਂ ਅੰਦਰ ਸੁੱਟਾਂ, ਸ਼ਰਾਬ ਅੰਦਰ ਸੁੱਟਾਂ, ਸਮੈਕ ਅੰਦਰ ਸੁੱਟਾਂ, ਜਾਂ ਕੋਈ ਇਹੋ ਜਿਹੀ ਚੀਜ਼ ਅੰਦਰ ਸੁੱਟਾਂ ਤੇ ਇੱਕਦਮ એનર્ਜੀ ਆ ਜਾਏ। ਪੇਸ਼ੈਂਟ ਵਾਂਟਸ ਟੂ ਹੈਵ એનર્ਜੀ, not knowing the fact ਕਿ ਇਹ એનર્ਜੀ ਹੁਣ ਉਸ ਦੇ ਕੰਮ ਦੀ ਨਹੀਂ ਰਹੀ, ਕਿਉਂਕਿ ਜਦੋਂ ਪਹਿਲੀ ਵਾਰੀ ਕੀਤਾ ਸੀ ਤੇ 150 ਆਈ ਸੀ, ਫਿਰ ਕੀਤਾ ਤੇ 120 ਆ ਗਈ, ਫਿਰ ਕੀਤਾ ਤੇ 100 ਆ ਗਈ, ਫਿਰ ਕੀਤਾ ਤੇ 70 ਆ ਗਈ। ਅੱਜ ਉਹ ਨਸ਼ਾ ਕਰਦਾ ਤੇ 40 ਰਹਿ ਜਾਂਦੀ ਹੈ। ਹੁਣ ਇਹਨੂੰ ਇਹ ਲੱਗਦਾ ਕਿ ਮੈਂ ਨਸ਼ੇ ਦੀ ਮਿਕਦਾਰ ਵਧਾਵਾਂ, ਜਾਂ 2 ਨਸ਼ੇ ਕਰਾਂ, ਜਾਂ 3 ਨਸ਼ੇ ਕਰਾਂ, ਜਾਂ ਮੈਂ ਕੁਛ ਵੀ ਇਹੋ ਜਿਹਾ ਕਰਾਂ ਜਿਹਦੇ ਨਾਲ ਮੇਰੀ એનર્ਜੀ ਵਾਪਸ ਆ ਜਾਏ। ਬਹੁਤ ਸਾਰੇ ਲੋਕੀ ਐਡਿਕਟਿਵ ਨਜਾਇਜ਼ ਕੰਮ ਇਸ ਕਰਕੇ ਕਰਦੇ ਆ ਕਿਉਂਕਿ ਉਹਨਾਂ ਨੂੰ એનર્ਜੀ ਦੀ ਬੜੀ ਭੁੱਖ ਹੁੰਦੀ ਹੈ। એનર્ਜੀ ਨਾਰਮਲ ਹੈ, ਸਾਨੂੰ ਸਾਰਿਆਂ ਨੂੰ ਚਾਹੀਦੀ ਹੈ, ਪਰ એનર્ਜੀ ਨੂੰ ਕਮਾਉਣ ਦੇ ਤਰੀਕੇ ਹੈ। ਅਸੀਂ ਆਪਣੇ ਮੂਡ ਤੇ ਕੰਮ ਕਰੀਏ, ਆਪਣੇ ਮੂਡ ਨੂੰ ਅਪ ਬੂਸਟ ਕਰਕੇ ਰੱਖੀਏ, ਆਪਣੇ ਥਾਟਸ ਤੇ ਕੰਮ ਕਰੀਏ, ਬਿਲੀਫ ਸਿਸਟਮ ਤੇ ਕੰਮ ਕਰੀਏ, ਡੋਪਾਮਾਈਨ ਪੈਦਾ ਕਰੀਏ, ਐਂਡੋਰਫਿਨਸ ਪੈਦਾ ਕਰੀਏ, ਆਪਣੇ ਆਪ ਨੂੰ ਐਕਟਿਵ ਰੱਖੀਏ, ਨਹੀਂ ਦਿਲ ਕਰਦਾ ਤਾਂ ਵੀ ਉਹ ਕੰਮ ਕਰੀਏ, ਰੂਟੀਨ ਰੱਖੀਏ, ਕੋਈ ਨਾ ਕੋਈ ਆਪਣੇ ਵਾਸਤੇ ਯਾਰਡ ਸਟਿਕ ਰੱਖੀਏ ਕਿ ਮੈਂ ਕਰੂੰਗਾ, ਮੇਰਾ ਇਹ ਗੋਲ ਹੈ, ਸ਼ਾਰਟ ਟਰਮ ਗੋਲ ਹੈ, ਲੌਂਗ ਟਰਮ ਗੋਲ ਹੈ। ਦਿਸ ਆਲ ਕੀਪਸ ਯੂਰ એનર્ਜੀ ਹਾਈ। ਹੁਣ ਜੇ ਤੁਸੀਂ ਕਹੋ ਕਿ ਤੁਹਾਨੂੰ ਬਾਹਰੋਂ ਹੀ એનર્ਜੀ ਮਿਲੇ, ਜਦੋਂ ਤੁਹਾਡੀ ਬੈਟਰੀ ਖਤਮ, ਤੁਹਾਡੀ એનર્ਜੀ ਜ਼ੀਰੋ, ਜਦੋਂ ਤੁਸੀਂ ਨਵੀਂ ਬੈਟਰੀ ਪਵਾ ਲਈ, ਤੁਹਾਡੀ એનર્ਜੀ ਫੁੱਲ। ਸੋ ਇਨਸਾਨ ਬਹੁਤ ਇਸ ਜਿਹੜੀ ਚੀਜ਼ ਹੈ ਨਾ, ਦਿਸ ਇਜ਼ ਵਨ ਆਫ ਦਾ ਮੇਜਰ ਫੈਕਟਰ ਜਿਹਦੇ ਕਰਕੇ ਲੋਕੀ ਰਿਲੈਪਸ ਹੁੰਦੇ ਆ। ਐਂਡ ਮੂਡ ਜਦੋਂ ਖਰਾਬ ਹੁੰਦਾ ਨਾ, ਉਦੋਂ એનર્ਜੀ ਜਿਹੜੀ ਹੈ ਨੈਗੇਟਿਵ ਤੇ ਚਲ ਜਾਂਦੀ ਹੈ। ਲੋਕ ਕਹਿੰਦੇ ਨਾ ਮਨ ਉਦਾਸ ਹੁੰਦਾ, ਉਹਨੂੰ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਉਹਦੇ ਸ਼ੌਂਕ ਖਤਮ ਹੋ ਜਾਂਦੇ ਆ। ਟੂ ਮੀ ਡਿਪਰੈਸ਼ਨ ਇਜ਼ ਨੈਗੇਟਿਵ એનર્ਜੀ, ਨੈਗੇਟਿਵ 100 એનર્ਜੀ। ਡਿਪਰੈਸ਼ਨ ਜਿਹੜੀ ਸਭ ਤੋਂ ਜ਼ਿਆਦਾ ਰੈਕਗਨੀਸ਼ਨ ਆਫ ਡਿਪਰੈਸ਼ਨ ਹੈ ਨਾ,
ਤੁਸੀਂ ਉਸ इंसान च देख लो एनर्जी लेस होएगा बिल्कुल। हाँ, जैसे वो उसकी ना ये भी उसको डिफिकल्ट लगेगा, वो कहता कानू आई ब्लिंक करनी है, वो कहता कानू सॉलिड फूड खाना, लिक्विड खा लो जो हजम ना करना पवे। वो कहेगा मैं पग नहीं बननी, मैं परना ही बन लेना। वो कहेगा यार मैं परना भी नहीं बनता, मैनू नहीं की लोड़ है, मैनू किहड़ा किसी ने देखना, जो मैं पुराने कपड़े पाए मैं उही पा लेना। ये एनर्जी लैस की निशानी है। उस इंसान को एनर्जी नहीं ना हैगी। हुण जिस बंदे को एनर्जी नहीं हैगी, तुसी उस बंदे नूं कन्विंस करना कि तू नशा ना कर, तो वेरी टफ टास्क। ਉਹਦੇ मन च हमेशा रहेगा कि जे मैं वो चीज़ कर ਲਾਂ तो मेरी एनर्जी वापस आ जाएगी। ਤੁਸੀਂ दसो क्रेविंग किस तरह होएगी स्टार्ट। तो ये हुण सारियां चीज़ां किस तरह आपां करनी है, विद काउंसलिंग, विद प्रोग्राम एंड विद मैडिकेशन। ਸਾਡੇ ਕੋਲ ਮੈਡੀਸਿਨਸ ਇਸ ਤਰ੍ਹਾਂ ਦੀਆਂ ਵੀ ਹੈ ਜਿਹੜੀਆਂ એનર્ਜੀ ਨੂੰ ਨਾਰਮਲ ਕਰ ਸਕਦੀਆਂ, ਜਿਹੜਾ ਤੁਹਾਨੂੰ ਦੱਸਿਆ ਸੀ ਪ੍ਰੋਪੈਲਿੰਗ ਥਰਸਟ। ਐਂਡ ਸਾਡੇ ਕੋਲ ਮੈਡੀਸਿਨਸ ਇਸ ਤਰ੍ਹਾਂ ਦੀਆਂ ਵੀ ਹੈ ਜਿਹੜੀਆਂ એનર્ਜੀ ਨੂੰ ਵਧਾ ਸਕਦੀਆਂ ਵਿਦਆਊਟ ਐਨੀ ਸਾਈਡ ਇਫੈਕਟਸ। ਸਾਡੇ ਕੋਲ ਮੈਡੀਸਿਨਸ ਇਸ ਤਰ੍ਹਾਂ ਦੀਆਂ ਵੀ ਹੈ ਜਿਹਦੇ ਨਾਲ ਅਸੀਂ ਮਿਡਲ 'ਚ ਰਹਿ ਸਕਦੇ ਹਾਂ, ਵੀ ਨਾ ਤਾਂ એનર્ਜੀ ਬਹੁਤ ਆਏ ਤੇ ਨਾ એનર્ਜੀ ਘੱਟ ਆਏ। ਫਿਰ ਪੇਸ਼ੈਂਟਸ ਪਤਾ ਕੀ ਕਰਦੇ ਆ, ਉਹ ਸੋਚਦੇ ਆ ਵੀ ਇਹਨਾਂ ਨੇ ਮੈਡੀਸਿਨ ਦਿੱਤੀ ਹੋਈ ਹੈ ਨਾ, ਤੇ ਜੇ ਮੈਂ ਇਹਨਾਂ ਦੀ ਮੈਡੀਸਿਨ ਦੇ ਨਾਲ ਨਸ਼ਾ ਲਵਾਂਗਾ ਤੇ ਮੈਂ ਉਹ એનર્ਜੀ ਨਹੀਂ ਅਚੀਵ ਕਰ ਸਕਾਂਗਾ। ਸੋ ਪੇਸ਼ੈਂਟ ਸਾਡੀ ਮੈਡੀਸਿਨ ਛੱਡ ਕੇ ਤੇ ਨਸ਼ਾ ਕਰਨਾ ਸ਼ੁਰੂ ਕਰਦੇ ਆ। ਇੱਥੋਂ ਫਿਰ ਰਿਲੈਪਸ ਸਟਾਰਟ ਹੁੰਦਾ। ਇਹਦਾ ਮਤਲਬ ਜਦੋਂ ਪੇਸ਼ੈਂਟ ਨੇ ਮੈਡੀਸਿਨ ਛੱਡੀ ਤੇ ਸਰੈਂਡਰ ਰਿਹਾ ਕਿ ਸਰੈਂਡਰ ਖਤਮ ਹੋ ਗਿਆ। ਇਹਦਾ ਮਤਲਬ ਹੈ ਜਿਸ ਦਿਨ ਸਰੈਂਡਰ ਖਤਮ ਹੁੰਦਾ ਉਸ ਦਿਨ ਰਿਲੈਪਸ ਸ਼ੁਰੂ ਹੁੰਦਾ। ਤੇ ਫੈਮਿਲੀ ਦਾ ਰਿਲੈਪਸ ਕਿਸ ਦਿਨ ਹੁੰਦਾ, ਜਦੋਂ ਟ੍ਰੀਟਮੈਂਟ ਦੀ ਜਗ੍ਹਾ ਤੇ ਕੋਈ कुछ होर आ गया, मैरिज, कनेडा वीज़ा, PR, डॉक्टरी ਜਾਂ whatever ਮੇਰੀਆਂ ਜ਼ਿੰਮੇਵਾਰੀਆਂ, ਮੇਰੀਆਂ ਜ਼ਮੀਨਾਂ, ਮੇਰੇ ਇੰਤਕਾਲ, ਇਹ ਹੁਣ ਸਾਰਾ ਕੁਝ ਕੀ ਆ ਗਿਆ। ਦੀਵਾਲੀ, ਹੁਣ ਦੀਵਾਲੀ ਆ ਰਹੀ ਹੈ ਨਾ, ਦੇਖਿਓ ਸਾਡੇ ਪੇਸ਼ੈਂਟਸ ਨੇ ਦੀਵਾਲੀ ਦਾ ਐਡਾ ਰੌਲਾ ਪਾਣਾ ਜਿਵੇਂ ਦੀਵਾਲੀ ਇਹਨਾਂ ਤੋਂ ਬਗੈਰ। ਤੇ ਘਰਦਿਆਂ ਨੇ ਕੀ ਕਰਨਾ, ਘਰਦਿਆਂ ਨੇ ਕਹਿਣਾ ਨਹੀਂ ਕਾਕਾ ਦੇਖ ਲੈ ਕੋਈ ਨਹੀਂ ਨਾ ਕਰ। ਤੇ ਸਾਡੇ ਪੇਸ਼ੈਂਟ ਨੇ ਟੈਸਟ ਕਰੀ ਜਾਣਾ ਕਿੱਥੇ ਜਾ ਕੇ ਕਿਹੜਾ 5-6 ਚੋਂ ਕਿਹੜਾ ਬੰਦਾ ਪਹਿਲਾਂ ਡਿੱਗੇਗਾ, ਕਿਹੜਾ ਬੰਦਾ ਹੈਗਾ ਘਰ ਦੇ ਵਿੱਚੋਂ ਜਿਹਨੇ ਸਰੈਂਡਰ ਨਹੀਂ ਕੀਤਾ। ਪੇਸ਼ੈਂਟ ਕਿਹਨੂੰ ਲੱਭੇਗਾ, ਜਿਹਨੇ ਸਰੈਂਡਰ। ਜੇ ਫੈਮਿਲੀ ਕਵੇ ਕਿ ਦੀਵਾਲੀ ਚਲਾ ਫਿਰ ਟ੍ਰੀਟਮੈਂਟ ਵਾਸਤੇ ਚਲੀਏ, ਹਰਮਿਟੇਜ ਚੱਲਦੇ ਆ, ਪਟਾਕੇ ਚਲਾਣੇ ਆ ਚਲਾ ਜਾ ਹਰਮਿਟੇਜ ਚੱਲਦੇ ਆ, ਮਿਠਾਈਆਂ ਖਾਣੀਆਂ ਚਲਾ ਜਾ ਹਰਮਿਟੇਜ ਚੱਲਦੇ ਆ। ਫਿਰ ਉਹ ਪੇਸ਼ੈਂਟ ਦੀਵਾਲੀ ਵਾਸਤੇ ਤੰਗ ਕਰੇਗਾ। ਪਰ ਪੇਸ਼ੈਂਟ ਦੀ ਫੈਮਿਲੀ ਕਿੰਨੀ ਔਖੀ ਹੁੰਦੀ ਹੋਣੀ ਜਦੋਂ ਨਾ ਕਰਨਾ ਪੈਂਦੀ ਹੈ। ਜੇ ਕੱਲ ਨੂੰ ਤੁਹਾਨੂੰ ਨਾ ਕਰਨੀ ਹੋਏਗੀ ਕਾਰ ਤੋਂ, ਗੱਡੀ ਤੋਂ, ਪੈਸਿਆਂ ਤੋਂ, ਕਿੰਨੀ ਕੁ ਔਖੀ ਹੋਏਗੀ ਫੈਮਿਲੀ, ਔਖੀ ਹੋਏਗੀ ਨਾ। ਜੇ ਉਹਨਾਂ ਨੂੰ ਪ੍ਰੈਕਟਿਸ ਕਰਾ ਦਈਏ, ਤੁਹਾਨੂੰ ਕੋਈ ਹਰਜ ਤਾਂ ਨਹੀਂ ਹੈ ਨਾ। ਇੰਨੇ ਦਿਨਾਂ 'ਚ ਮੇਰੇ ਕੋਲ ਹੈਗੇ ਥੋੜ੍ਹੇ ਦਿਨ ਹਾਲੇ, ਜਿਵੇਂ ਉਹਨਾਂ ਨੂੰ ਪ੍ਰੈਕਟਿਸ ਨਮਰਤਾ ਇਹ ਕਹਿੰਦੇ ਮੈਂ ਮਾਈਂਡ ਨਹੀਂ ਕਰੂੰਗਾ, ਉਹਨਾਂ ਨੂੰ ਪ੍ਰੈਕਟਿਸ ਕਰਾ ਦਿਓ ਜੀ ਕਿ ਨਾ ਗੱਡੀ ਦੇਣੀ ਹੈ ਨਾ ਪੈਸੇ ਦੇਣੇ ਹੈ, ਤੇ ਸੈਰ ਤੇ ਇਕੱਠੇ ਜਾਣਾ, ਤੇ ਹੋਰ ਕਿਹੜੀ ਕਿਹੜੀ ਚੀਜ਼ ਤੂੰ ਆਪ ਹੀ ਦੱਸ ਦੇ। ਜਿਮ ਤੇ ਹਾਲੇ ਨਹੀਂ ਜਾਣਾ, एनर्जी ड्रिंक्स नहीं पीनिया, ठीक है, कैफीन नहीं लें, मनी और मोबाइल और जो क्रेडिट कार्ड गोल्ड वाले गोल्ड क्रेडिट कार्ड वो नहीं रखने। तो ठीक है ना। अच्छा मैंने एक गल दसो, तुहानू ये बहुत वड्डियां लगदियां होणगियां गल्लां कि मैं तुहानू कहा भी नहीं करना, है भी नहीं करना, है भी नहीं करना, पर हुण मैं तुहानू इन दसां छोटा किवें लगेगा। तुसी सब कुछ सोचना है कि ये किसी की जान बचाने वास्ते है, फिर तुहानू ये छोटा लगेगा, फिर तुहानू ये बड़ा नहीं लगेगा। जे मैं उस तरह कहांगा ना तुहानू कार्ड नहीं देना, क्रेडिट कार्ड नहीं देना, गड्डी नहीं देनी, आ नहीं देना, तुहानू लगेगा बहुत वड्डा है कि रह की गया बंदे कोल। पर हुण मैं तुहानू कह रहा कि एक तुहाडे लव्ड वन की जान बचाने वास्ते ये कुर्बानी कोई बहुत वड्डी है, तुहानू लगेगा नहीं ये तो छोटी जी है। पर एक कहने का तरीका फैमिली नू सीखना पेगा कि जे उन्हां दे कड़ाके निकल जाण जां उन्हां नू कुछ थोड़ी बहुत मालिश भी करानी पवे या थोड़ा बहुत ही है, थोड़ा बहुत है, पर एक पेशेंट की जान बच जाएगी, गुरसाहिब बच जाएगा। दिवाली ते गुरसाहिब बच गया, होर की चाहिए था।
ਤੇ ਜੇ ਗੁਰੂ ਸਾਹਿਬ ਨੂੰ ਕਹੀਏ ਜੀ ਦੀਵਾਲੀ ਵਾਲੇ ਦਿਨ ਸਾਰੇ ਹਰਮਿਟੇਜ ਰਹਿਣਗੇ ਤੇ ਕਿੰਨੀ ਕੋਈ ਵੱਡੀ ਗੱਲ ਹੈ, ਲਾਈਫ ਹੀ ਬਚਣੀ ਹੈ। ਨਾਟ ਅ ਬਿਗ ਥਿੰਗ, ਨਾਟ ਅ ਬਿਗ ਡੀਲ। ਦੇਖੋ ਇਹ ਕਿਹੜੀ ਕੋਈ ਗੱਲ ਹੈ, ਗੱਲਾਂ ਚੋਂ ਗੱਲ। ਲਓ ਇੱਕ ਕਾਰਡ ਛੱਡ ਕੇ 2-3 ਮੈਂ ਲੁਕਾਏ ਹੋਏ ਆ ਵੀ ਤੁਹਾਨੂੰ ਦੇ ਦੇਣਾ, ਹੈ ਨਾ ਕਿ ਨਹੀਂ ਹੈ? ਹਾਂਜੀ, ਇੰਨਾ ਔਖਾ ਹੋ ਗਿਆ ਕੰਮ। So I think today's whole concept has come to, we can understand कि surrender की ਹੁੰਦਾ है। Surrender is when you can, the family surrender is not in words but seen कि family surrender ਉਸ ਦਿਨ ਕਰਦੀ ਹੈ ਜਿਸ ਦਿਨ family treatment ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਰਦੀ and treatment ਦੇ ਵਿੱਚ ਆਪਣੀ interference ਨਹੀਂ ਕਰਦੀ and family treatment ਨੂੰ ਛੇੜਖਾਨੀ ਨਹੀਂ ਕਰਦੀ। ਨਹੀਂ ਜੀ ਤੁਸੀਂ ਮੈਡੀਸਨ ਦਿਓ, ਨਹੀਂ ਜੀ ਤੁਸੀਂ ਇਹ ਕਰੋ, ਇੱਥੋਂ ਛੋਟਾ ਕਰ ਦਿਓ, ਇੱਥੋਂ ਵੱਡਾ ਕਰ ਦਿਓ, ਫੋਲੋ ਅਪ ਇਸ ਤਰ੍ਹਾਂ ਕਰ ਦਿਓ। ਦੈਟ ਇਜ਼, ਇਹਦਾ ਮਤਲਬ ਹੈ ਕਿ ਫੈਮਿਲੀ ਨੇ ਸਰੈਂਡਰ ਨਹੀਂ ਕੀਤਾ। ਤੇ ਜਦੋਂ ਸਾਡਾ ਪੇਸ਼ੈਂਟ ਕਰੇਗਾ ਉਹ ਹਮੇਸ਼ਾ ਕਰੇਗਾ ਕੁਐਸਚਨ ਮੈਡੀਸਨ ਨੂੰ ਲੈ ਕੇ, ਜੇ ਮੈਂ ਆਪੇ ਠੀਕ ਹਾਂ, ਜੇ ਮੈਂ ਕੋਈ ਨਸ਼ਾ ਨਹੀਂ ਕੀਤਾ, ਤੁਸੀਂ ਮੈਨੂੰ ਮੈਡੀਸਨ ਕਿਉਂ ਦੇਈ ਜਾ ਰਹੇ ਹੋ? ਤੁਹਾਨੂੰ ਪਤਾ ਹੈ ਮੈਡੀਸਨ ਦੇ ਸਾਈਡ ਇਫੈਕਟ ਕਿੰਨੇ ਹੁੰਦੇ ਆ? ਤੁਹਾਨੂੰ ਪਤਾ ਹੈ ਮੈਡੀਸਨ ਮੈਨੂੰ ਲੱਗ ਜਾਣੀ ਹੈ? ਡਾਕਟਰ ਸਾਹਿਬ ਨੇ 10-12 ਮੈਡੀਸਨ ਦੇ ਦਿੱਤੀਆਂ। ਮੈਂ ਕਿਹਾ ਜੀ ਤੁਸੀਂ 10-12 ਸਾਲ ਤੋਂ ਬਿਮਾਰ ਹੋ, 10-12 ਮੈਡੀਸਿਨ ਕੁਛ ਵੀ ਨਹੀਂ ਹੈ ਤੁਹਾਡੇ 10-12 ਸਾਲ ਦੀ ਬਿਮਾਰੀ ਦੇ ਅੱਗੇ। ਇੰਨੀਆਂ ਬੜੀਆਂ ਬਿਮਾਰੀਆਂ, 5-5 ਬਿਮਾਰੀਆਂ ਤਾਂ ਸਾਡੇ ਅੰਦਰ ਇਕੱਠੀਆਂ ਹੋਈਆਂ ਪਈਆਂ। ਬਲੱਡ ਪ੍ਰੈਸ਼ਰ ਸਾਨੂੰ, ਡਾਇਬਟੀਜ਼ ਸਾਨੂੰ, ਥਾਇਰਾਇਡ ਸਾਨੂੰ, ਵੇਟ ਗੇਨ ਸਾਡਾ, ਮੈਟਾਬੋਲਿਕ ਡਿਸਆਰਡਰ ਸਾਡੇ। ਤੇ ਜੇ ਮੈਂ 10 ਦਵਾਈਆਂ ਦੇਤੀਆਂ ਤੇ ਕੋਈ ਇਹੋ ਜਿਹੀ ਦਵਾਈ ਥੋੜੀ ਦਿਆਂਗਾ ਜਿਹੜੀ ਲੱਗ ਜੇ। ਜੇ ਤੁਹਾਨੂੰ ਲੱਗਣ ਦਾ ਇੰਨਾ ਹੀ ਸ਼ੌਂਕ ਹੋਏਗਾ ਫਿਰ ਤੁਸੀਂ ਪਹਿਲਾਂ ਕਿਉਂ ਇਸ ਤਰ੍ਹਾਂ ਕੀਤਾ ਹੋਏਗਾ? ਪਰ ਕਿਉਂਕਿ ਉਹ ਡਾਕਟਰ ਦੇ ਰਿਹਾ ਨਾ, ਡਾਕਟਰ ਥੋੜਾ ਸਟ੍ਰਿਕਟ ਹੈ। ਆਮ ਤੌਰ ਤੇ ਡਾਕਟਰ ਕਹਿ ਦੇਣਗੇ ਕੋਈ ਨਹੀਂ ਤੁਸੀਂ ਖਾ ਲਓ। ਵੈਸੇ ਤੁਹਾਨੂੰ ਕਹਾਂਗੇ ਜੇ ਨਹੀਂ ਨੀਂਦਰ ਆਉਂਦੀ ਕੋਈ ਗੱਲ ਨਹੀਂ, ਨਾ ਸੌਂ, ਨਾ ਸੌਂ, ਫਿਰ ਕੀ ਹੋਇਆ? ਘਰਦਿਆਂ ਨੂੰ ਵੀ ਕਹਾਂਗੇ ਤੁਸੀਂ ਵੀ ਨਾ ਸੌਂ। ਪਰ ਜਦੋਂ ਘਰਦਿਆਂ ਨੂੰ ਕਹਾਂਗੇ ਤੁਸੀਂ ਨਾ ਸੌਂ, ਫਿਰ ਕਹਿਣਗੇ ਫਾਇਦਾ ਕੀ ਹੋਇਆ ਤੁਹਾਨੂੰ ਪੈਸੇ ਦੇਣ ਦਾ, ਜੇ ਪੇਸ਼ੈਂਟ ਸਾਡੇ ਨੀਂਦਰ ਹੀ ਨਹੀਂ ਆਈ ਹਾਲੇ ਤੱਕ। ਫਿਰ ਡਾਕਟਰ ਵਿਚਾਰਾ ਡਰ ਜਾਏਗਾ, ਉਹ ਕਹੇਗਾ ਚਲੋ ਪਾਓ। ਤੇ ਇਸ ਕਰਕੇ ਨੁਕਸਾਨ ਹੈ ਨਾ ਜੇ ਆਪਾਂ ਇਹਨਾਂ ਚੀਜ਼ਾਂ ਦਾ ਮੈਟਰ ਕਰਾਂਗੇ। ਇਹਦਾ ਮਤਲਬ ਸਰੈਂਡਰ ਕੀ ਹੋਇਆ? when the family talks about treatment and nothing else but the treatment, this is a surrender of the family. And when patient starts to expect the medicines and counseling and never ignores counseling, follow-ups or medication, then it is a surrender of the patient. These are the surrender, because medicines takes care of the moods, thoughts and energy. These are the 3 major aspects of our psychiatric illnesses or mental disorders. In any mental disorder, maybe it is bipolar, maybe schizophrenia, maybe drug addiction, maybe OCD, maybe any anxiety, everywhere these are the 3 things which we target: moods, thoughts and energy levels. If anything of 3, anything goes wrong, ਅਸੀਂ ਇੱਕ ਨੂੰ ਟਾਰਗੇਟ ਕਰਾਂਗੇ, ਦੂਸਰੀ ਚੀਜ਼ਾਂ 2 ਠੀਕ ਹੋ ਜਾਣਗੀਆਂ। But our way of solving will be all therapeutic, not pill popping, ਔਰ ਆਪਣੇ ਤਰੀਕੇ ਨਾਲ ਅਸੀਂ ਉਹਨੂੰ ਨਹੀਂ ਕਰਾਂਗੇ। ਮੇਬੀ ਜਿਹੜੀ ਅੱਜ ਮੈਡੀਸਨ ਅਸੀਂ ਸਟਾਰਟ ਕਰਾਂਗੇ ਉਹ એનર્ਜੀ ਨੂੰ 4-5 ਡੇਜ਼ ਜਾਂ 1 ਹਫ਼ਤੇ ਬਾਅਦ ਬਰਕਰਾਰ ਕਰੇਗੀ। ਪਰ ਜਿਹੜੀ ਤੁਸੀਂ ਕਾਮਨ ਸੈਂਸ ਦੇ ਨਾਲ ਮੈਡੀਸਨ ਲਓਗੇ ਉਹਦੇ ਨਾਲ ਤੁਹਾਡੀ ਉਸੇ ਵੇਲੇ એનર્ਜੀ ਆ ਜਾਏਗੀ, ਬਟ ਦੈਟ ਇਜ਼ ਗੋਇੰਗ ਟੂ ਬੀ ਅ ਡੇਂਜਰਸ ਵਨ। ਮਤਲਬ ਤੁਸੀਂ ਦੇਖੋ ਨਾ, ਵੈਸੇ ਕਿੰਨਾ ਵੱਡਾ ਲੱਗਦਾ ਹੈ ਕਿ ਤੁਸੀਂ ਜਾ ਕੇ ਜੀ ਕਿਸੇ ਜਗ੍ਹਾ, ਤੁਹਾਡਾ ਆਪਣਾ ਘਰ ਹੋਏ, ਤੁਸੀਂ ਆ ਕੇ ਇੱਥੇ ਕਿਰਾਏ ਤੇ ਕਿਸੇ ਜਗ੍ਹਾ ਤੇ ਰਹਿੰਦੇ ਹੋ, ਸਵੇਰੇ ਸ਼ਾਮ ਮੀਟਿੰਗਾਂ ਅਟੈਂਡ ਕਰਦੇ ਹੋ। ਹੁਣ ਤਾਂ ਅਸੀਂ ਪ੍ਰੋਵੀਜ਼ਨ ਬਣਾ ਰਹੇ ਹਾਂ ਕਿ ਹਰਮਿਟੇਜ ਦੇ ਵਿੱਚ ਹੀ ਹਟਸ ਬਣਾ ਰਹੇ ਹਾਂ ਤਾਂ ਕਿ ਫੈਮਲੀਜ਼ ਉੱਥੇ ਰਹਿ ਸਕਣ। ਬਟ ਇਹ ਹੈ ਕਿ ਜੇ ਆਪਾਂ ਇਹ ਦੇਖੀਏ ਕਿ ਕਿਸੇ ਜ਼ਿੰਦਗੀ ਦਾ ਸਵਾਲ ਹੈ ਤੇ ਫਿਰ ਤੇ ਕੋਈ ਵੱਡੀ ਗੱਲ ਨਹੀਂ, ਫਿਰ ਕਿਹੜੀ ਵੱਡੀ ਗੱਲ? One should be ready to ਦੇਖੋ ਡਾਕਟਰ ਸਾਹਿਬ 3 ਮਹੀਨੇ ਰਹਿਣਾ ਕੋਈ ਗੱਲ ਨਹੀਂ, ਪੇਸ਼ੈਂਟ ਸਾਡਾ ਜਾਂਦਾ ਜਾਏ, ਅਸੀਂ ਇੱਥੇ 6 ਮਹੀਨੇ ਰਵਾਂਗੇ। ਜੇ ਫੈਮਿਲੀ ਇੰਨੀ ਸਟਰੋਂਗ ਹੋਏ ਉਹ ਕਹੇ ਜੀ ਕੋਈ ਨਹੀਂ, ਪੇਸ਼ੈਂਟ ਸਾਡੇ ਨੂੰ ਹੋ ਸਕਦਾ 100 ਦਿਨ 'ਚ ਆਰਾਮ ਆ ਗਿਆ ਹੋਏ, ਪਰ ਸਾਨੂੰ ਹਾਲੇ ਨਹੀਂ ਗੱਲ ਸਮਝ ਆਈ, ਅਸੀਂ ਪੇਸ਼ੈਂਟ ਨੂੰ ਹੈਂਡਲ ਨਹੀਂ ਕਰ ਸਕਾਂ, ਅਸੀਂ ਤਾਂ ਇੱਥੇ 100 ਦਿਨ ਰਹਿਣਾ, ਅਸੀਂ ਤਾਂ 100 ਦਿਨ ਹੋਰ ਰਹਿਣਾ। ਤੇ ਦੋਸਤੋ ਪੇਸ਼ੈਂਟ ਕਿੱਥੇ ਜਾਏਗਾ? ਪੇਸ਼ੈਂਟ ਦੀ ਬ੍ਰੇਨ ਨੂੰ ਇੱਕ ਇੰਪਲਸ ਜਾਏਗੀ, ਇਹਨਾਂ ਨੇ ਨਹੀਂ ਛੱਡਣਾ।